बनता पिया, असीं अपना हक मंगन दे, असीं किसी दा हक नहीं मंगते। ਉਹ ਕਹਿੰਦੇ ਜੀ ਇਹ ਮੈਰਿਡ ਆ ਤੇ ਇਹ ਬੱਚੇ ਨੂੰ ਨੌਕਰੀ ਨਹੀਂ ਦੇ ਸਕਦੇ। हाई कोर्ट का फैसला होने के बावजूद भी अजे तक सानूं इंसाफ नहीं मिलिया। अगर जे इन्हां नूं नौकरी दित्ती गई तो फिर सानूं सारिਆਂ ਨੂੰ देनी पऊगी। लमकाई रखांगे असीं तो नौकरी नहीं देनी। ਜਦੋਂ ਇਹ ਨੌਕਰੀ ਮੰਗਣ ਜਾਂਦੇ ਆ ਤਾਂ ਉਦੋਂ ਇਹ ਆਖ ਦਿੰਦੇ ਆ ਕਿ ਭਾਈ ਤੁਹਾਡੀ ਤਾਂ ਧੀ ਦਾ ਵਿਆਹ ਹੋ ਗਿਆ, ਤਾਂ ਧੀ ਤਾਂ ਯਾਰ ਖੂਨ ਤਾਂ ਉਹਨਾਂ ਦਾ ਹੀ ਆ। ਇੱਕ ਬੰਨੇ ਸਰਕਾਰ ਕਹਿੰਦੀ ਹੈ ਕਿ ਬੇਟਾ ਬੇਟੀ ਵਿੱਚ ਕੋਈ ਫਰਕ ਨਹੀਂ ਹੈਗਾ, ਬੇਟੀ ਵੀ ਇੱਕ ਸਮਾਨ ਆ, ਬੇਟਾ ਵੀ ਇੱਕ ਸਮਾਨ ਆ। ਹੁਣ ਇੱਥੇ ਆਣ ਕੇ ਵੇਖੋ ਕਿ ਇੱਥੇ ਬੇਟਾ ਤੇ ਬੇਟੀ ਦੇ ਵਿੱਚ ਇਹ ਡਿਫਰੈਂਸ ਦੱਸਣ ਦੇ ਆ। ਹਾਈ ਕੋਰਟ ਦਾ ਪਹਿਲਾ ਫੈਸਲਾ ਹੋਇਆ ਜੀ ਪੰਜਾਬ ਦੇ ਵਿੱਚ, ਜਿਹੜਾ ਇਹ ਵਿਆਹੀ ਹੋਈ ਇਕੱਲੀ ਬੇਟੀ ਨੂੰ ਜਿਹੜੀ ਆ ਉਹ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਊਗੀ। ਜੱਜ ਵੱਲੋਂ ਤਾਂ ਸਪਸ਼ਟੀਕਰਨ ਮੰਗਿਆ ਜਾਂਦਾ ਹੋਣਾ ਕਿ ਭਾਈ ਮੈਂ ਇਹ ਫੈਸਲਾ ਦਿੱਤਾ, ਤੁਸੀਂ ਮੇਰੇ ਫੈਸਲੇ ਨੂੰ ਮੰਨਦੇ ਕਿਉਂ ਨਹੀਂ? ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਤਰਸ ਦੇ ਆਧਾਰ 'ਤੇ ਨੌਕਰੀਆਂ ਦਾ ਐਲਾਨ ਜਦੋਂ ਕਾਂਗਰਸ ਸਰਕਾਰ ਨੇ ਕੀਤਾ ਤਾਂ ਪੂਰੇ ਪੰਜਾਬ ਦੇ ਵਿੱਚ ਇੱਕ ਚਰਚਾ ਛਿੜ ਗਈ ਕਿ ਤਰਸ ਦੇ ਆਧਾਰ 'ਤੇ ਜੇਕਰ ਨੌਕਰੀ ਮਿਲ ਰਹੀ ਆ ਤਾਂ ਐਮਐਲਏ ਦੇ ਪੁੱਤਰਾਂ ਨੂੰ ਕਿਉਂ, ਉਹਨਾਂ ਪਰਿਵਾਰਾਂ ਨੂੰ ਕਿਉਂ ਨਹੀਂ ਜੋ ਕਾਬਲੀਅਤ ਵੀ ਰੱਖਦੇ ਨੇ ਤੇ ਜਿਨ੍ਹਾਂ ਨੂੰ ਵਾਕਿਆ ਦੇ ਵਿੱਚ ਤਰਸ ਦੇ ਆਧਾਰ 'ਤੇ ਨੌਕਰੀ ਮਿਲਣੀ ਚਾਹੀਦੀ ਆ। ਇਹ ਗੱਲ ਦਾ ਜਿਹੜਾ ਸਵਾਲੀਆ ਚਿੰਨ੍ਹ ਜਿਹੜਾ ਖੜਾ ਹੋ ਗਿਆ, ਜਿੱਥੇ ਵੱਖੋ-ਵੱਖ ਪਾਰਟੀਆਂ ਜਿਹੜੀਆਂ ਨੇ ਵਿਰੋਧ ਕਰਦੀਆਂ ਦਿਖਾਈ ਦਿੱਤੀਆਂ, ਉੱਥੇ ਕਾਂਗਰਸ ਦੇ ਵਿੱਚ ਵੀ ਜਿਹੜਾ ਕਾਟੋ ਕਲੇਸ਼ ਆ ਉਹ ਦੇਖਣ ਨੂੰ ਮਿਲਿਆ। ਅੱਜ ਮੈਂ ਤੁਹਾਨੂੰ ਇੱਕ ਇੱਦਾਂ ਦੇ ਪਰਿਵਾਰ ਦੇ ਨਾਲ ਮਿਲਾਵਾਂਗਾ ਜਿਨ੍ਹਾਂ ਨੂੰ ਹਾਈ ਕੋਰਟ ਵੱਲੋਂ ਆਰਡਰ ਹੋਏ ਨੇ, ਹਾਈ ਕੋਰਟ ਵੱਲੋਂ ਫੈਸਲਾ ਆਇਆ ਕਿ ਭਾਈ ਤਰਸ ਦੇ ਆਧਾਰ 'ਤੇ ਇਹਨਾਂ ਨੂੰ ਜਿਹੜੀ ਆ ਨੌਕਰੀ ਦਿੱਤੀ ਜਾਵੇ। ਪਰ ਉਸ ਤੋਂ ਬਾਅਦ ਵੀ ਇਹ ਫੈਸਲਾ ਆਏ ਨੂੰ ਲਗਭਗ 1.5 ਸਾਲ ਹੋ ਚੁੱਕਿਆ, ਪਰ ਅੱਜ ਵੀ ਇਹ ਜਿਹੜਾ ਪਰਿਵਾਰ ਆ ਇਹ ਕੋਰਟ ਦੇ ਵਿੱਚ ਜਾ ਰਿਹਾ, ਕੋਰਟ ਦੇ ਵਿੱਚ, ਜਾਂ ਮੈਂ ਉਹ ਕਹੂੰਗਾ ਕਿ ਕੋਰਟ ਦੇ ਵਿੱਚ ਧੱਕੇ ਖਾ ਰਿਹਾ ਕਿਉਂਕਿ ਨੌਕਰੀ ਜਿਹੜੀ ਆ ਇਹਨਾਂ ਨੂੰ ਨਹੀਂ ਮਿਲੀ। ਇਹਨਾਂ ਦਾ ਪੂਰਾ ਕੇਸ ਕੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ। ਖਾਸ ਗੱਲ ਇਹ ਰਹੇਗੀ ਕਿ ਜੇਕਰ ਹਾਈ ਕੋਰਟ ਦੇ ਵੱਲੋਂ ਜਿਹੜੇ ਆ ਆਰਡਰ ਹੋਏ ਨੇ, ਉਹਨਾਂ ਦੇ ਵੱਲੋਂ ਫੈਸਲਾ ਆ ਚੁੱਕਿਆ, ਤਾਂ ਫਿਰ ਦੇਰੀ ਕਿਉਂ, ਇੰਨੀ ਦੇਰੀ ਕਿਉਂ ਹੋ ਰਹੀ ਆ? ਹਾਈ ਕੋਰਟ ਨੇ ਇਹ ਕਿਹਾ ਸੀ ਕਿ 1 ਮਹੀਨੇ ਦੇ ਵਿੱਚ ਜੁਆਇਨਿੰਗ ਹੋ ਜਾਣੀ ਚਾਹੀਦੀ ਆ, ਪਰ ਮੌਜੂਦਾ ਸਮੇਂ ਦੇ ਅਨੁਸਾਰ 1.5 ਸਾਲ ਹੋ ਚੁੱਕਿਆ ਇਹ ਫੈਸਲਾ ਆਏ ਨੂੰ, ਤਾਂ ਫਿਰ ਇੰਨੀ ਦੇਰੀ ਕਿਉਂ ਆ? ਬਾਈ ਜੀ ਮੇਰੇ ਨਾਲ ਹੋਣਗੇ, ਬਾਈ ਜੀ ਹੋਰਾਂ ਦੇ ਨਾਲ ਜਿਹੜੀ ਆ ਗੱਲਬਾਤ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਮਾਮਲਾ ਆ ਤੁਹਾਡਾ ਜਿਹੜਾ ਇਹ ਤੁਹਾਨੂੰ ਫੈਸਲਾ ਦਿੱਤਾ ਗਿਆ ਤੁਹਾਡੇ ਹੱਕ ਦੇ ਵਿੱਚ ਆਇਆ ਗਾ? ਕੀ ਮਾਮਲਾ ਪੂਰਾ ਸਟਾਰਟਿੰਗ ਤੋਂ ਸਮਝਾਇਓ। ਇਹ ਸਰ ਜੀ ਸਾਡੇ ਸਹੁਰਾ ਸਾਹਿਬ ਹੀ ਉਹ ਪੁਲਿਸ ਦੇ ਵਿੱਚ ਹੀ, ਪੰਜਾਬ ਪੁਲਿਸ ਦੇ ਵਿੱਚ, ਉਹਨਾਂ ਦੀ 8 ਸਾਲ ਦੇ ਵਿੱਚ ਡੈਥ ਹੋ ਗਈ ਔਨ ਡਿਊਟੀ, ਹਾਰਟ ਅਟੈਕ ਹੋ ਗਿਆ ਸੀ। ਉਹਨਾਂ ਦੀ ਇਕੱਲੀ ਬੇਟੀ ਸੀ, ਹੋਰ ਕੀ ਉਹਨਾਂ ਦਾ ਨਾ ਭੈਣ ਨਾ ਭਰਾ, ਕੋਈ ਜੀ ਨਹੀਂ ਹੈਗਾ। ਇਹਨਾਂ ਨੇ objection ਲਾਇਆ ਜੀ ਕਿ ਇਹ ਵਿਆਹੀ ਹੋਈ ਆ, ਮੈਰਿਡ ਆ, ਇਸ ਕਰਕੇ ਉਹਨੂੰ ਨੌਕਰੀ ਨਹੀਂ ਦਿੱਤੀ ਜਾਂਦੀ। ਉਸ ਤੋਂ ਬਾਅਦ ਆ ਜੀ ਅਸੀਂ ਜਿੰਨੀ ਵੀ ਰਾਜਨੀਤਿਕ ਪਾਰਟੀਆਂ ਵਾ, ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ, ਅਸੀਂ ਉਹਨਾਂ ਦੇ ਬਥੇਰੇ ਤਰਲੇ ਮਿੰਨਤ ਕੀਤੇ, ਚੰਡੀਗੜ੍ਹ ਦੇ ਗੇੜੇ ਮਾਰੇ ਕਿ ਸਾਨੂੰ ਜਿਹੜੀ ਆ ਇਹ ਨੌਕਰੀ ਦਿੱਤੀ ਜਾਵੇ, ਸਾਨੂੰ ਇਸ ਦੀ ਲੋੜ ਆ। ਇਹਨਾਂ ਨੇ ਜੀ ਸਾਨੂੰ ਇਹੋ ਹੀ ਲਾਰਾ ਲਾ ਛੱਡਿਆ ਜੀ, ਅੱਜ ਆ ਭਲਕਿਆ ਇੰਨੀ ਤਰੀਕ ਨੂੰ ਇਹ ਮਿਲ ਜਾਂਦੀ ਆ, ਅਸੀਂ ਤੁਹਾਡੀ DGP ਸਾਹਿਬ ਨਾਲ ਗੱਲ ਕਰਾਤੀ ਆ, ਸਾਨੂੰ ਲੈਟਰ ਆ ਗਈ ਆ ਜੀ ਇਹ ਨੌਕਰੀ ਨਹੀਂ ਮਿਲਣੀ। ਉਸ ਤੋਂ ਬਾਅਦ ਸਰ ਅਸੀਂ ਕੀ ਕੀਤਾ ਕਿ ਲੈਟਰ ਤੁਹਾਨੂੰ ਆਈ ਸੀ ਜੀ? ਹਾਂਜੀ, ਪਹਿਲਾਂ ਲੈਟਰ ਆਈ ਜੀ ਵੀ ਅਸੀਂ ਇਹ ਨੌਕਰੀ ਨਹੀਂ ਦੇ ਸਕਦੇ। ਉਹਦੇ ਵਿੱਚ ਕੀ ਕਾਰਨ ਕੀ ਲਿਖਿਆ ਗਿਆ? ਉਹਨੇ ਤੁਹਾਨੂੰ ਦੱਸਿਆ ਸੀ ਨੌਕਰੀ ਨਹੀਂ ਦੇ ਸਕਦੇ, ਕਾਰਨ ਕੀ ਲਿਖਿਆ ਸੀ ਕਿ ਵਿਆਹੇ ਹੋਏ ਨੇ ਤਾਂ ਕਰਕੇ ਨੌਕਰੀ ਨਹੀਂ ਮਿਲ? ਉਹ ਕਹਿੰਦੇ ਜੀ ਇਹ ਮੈਰਿਡ ਆ ਤੇ ਇਹ ਬੱਚੇ ਨੂੰ ਨੌਕਰੀ ਨਹੀਂ ਦੇ ਸਕਦੇ। ਤੇ ਅਸੀਂ ਜੀ ਹਾਈ ਕੋਰਟ ਦੇ ਵਿੱਚ ਜਾ ਕੇ ਕੇਸ ਕੀਤਾ ਵਾ। ਜੋ ਜੱਜ ਸਾਹਿਬ ਨੇ ਆ ਉਹਨਾਂ ਨੇ ਸਾਡਾ ਜਿਹੜਾ ਕੇਸ ਆ 2 ਸਾਲ 3 ਸਾਲ ਇਹ ਕੇਸ ਚੱਲਿਆ ਵਾ। ਉਸ ਤੋਂ ਬਾਅਦ ਆ ਜਿਹੜਾ ਜੀ ਉਹ ਆਰਡਰ ਹੋ ਗਏ ਆ, ਜੱਜ ਸਾਹਿਬ ਨੇ ਜਿਹੜੀ ਆ ਉਹ ਨੌਕਰੀ ਦੇਣ ਦੀ ਅਪੀਲ ਕੀਤੀ ਆ DGP ਸਾਹਿਬ ਨੂੰ। ਇਹ ਆਰਡਰ ਭਾਈ ਜੀ 1.5 ਸਾਲ ਪਹਿਲਾਂ, ਸ਼ਾਇਦ ਮੈਂ ਜੇ ਗਲਤ ਨਹੀਂ 1.5 ਸਾਲ ਪਹਿਲਾਂ ਹੋਏ ਸੀ। ਹਾਂਜੀ ਪਹਿਲਾਂ ਹੋ ਗਏ ਜੀ, ਜਨਵਰੀ ਦੇ ਆਰਡਰ ਹੋਏ ਆ ਜੀ। ਤੇ ਉਸ ਤੋਂ ਬਾਅਦ ਜੀ ਅੱਜ ਤੱਕ ਸਾਨੂੰ ਜਿਹੜੇ ਧੱਕੇ ਹੀ ਖਾਂਦੇ ਪਏ ਆ ਜੀ ਵਕੀਲ ਸਾਹਿਬ ਦੇ। ਫਿਰ ਅਸੀਂ ਜੀ ਇਹਨਾਂ ਦਾ ਕੰਟੈਂਪਟ ਪਾਇਆ ਹੈਗਾ ਵਾ। ਕੰਟੈਂਪਟ ਤੋਂ ਬਾਅਦ ਇਹਨਾਂ ਨੇ ਰਿਵਿਊ ਪਾ ਦਿੱਤਾ ਮਹਿਕਮੇ ਨੇ, ਤੇ ਰਿਵਿਊ ਜਿਹੜਾ ਇਹਨਾਂ ਦਾ ਉਹ ਵੀ ਕੈਂਸਲ ਹੋ ਚੁੱਕਾ ਵਾ। ਉਦੋਂ ਬਾਅਦ ਆ ਜੀ ਸਾਨੂੰ ਹੁਣ ਜਿਹੜਾ ਵਾ ਇਹ ਅੱਜ ਤੱਕ ਜਿਹੜਾ ਸਾਨੂੰ ਇਨਸਾਫ ਨਹੀਂ ਮਿਲਿਆ ਜੀ।
ਅੱਛਾ, ਜਦੋਂ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਸੁਣਾ ਦਿੱਤਾ ਗਿਆ ਕਿ ਭਈ ਜਿਹੜੀ ਇਹ ਨੌਕਰੀ ਦਿੱਤੀ ਜਾਵੇ ਮਹੀਨੇ ਦੇ ਵਿੱਚ ਜਿਹੜਾ ਜੁਆਇਨਿੰਗ ਕਰਵਾਈ ਜਾਵੇ, ਤਾਂ ਫਿਰ ਉਸ ਤੋਂ ਬਾਅਦ ਤੁਸੀਂ ਜਾ ਕੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਜਦੋਂ ਤੁਹਾਨੂੰ ਫੈਸਲਾ ਹੀ ਆ ਚੁੱਕਿਆ ਤਾਂ ਫਿਰ ਤੁਸੀਂ ਜੁਆਇਨਿੰਗ ਕਿਉਂ ਨਹੀਂ ਕਰਵਾ ਰਹੇ? ਹਾਂਜੀ ਸਰ, ਅਸੀਂ ਜਾਣਦੇ ਹਾਂ ਜੀ। ਅਸੀਂ ਇਹਨਾਂ ਨੂੰ ਪਹਿਲਾਂ ਸਪੀਡ ਪੋਸਟ ਵੀ ਕੀਤੀ ਹੈਗੀ ਆ, ਫਿਰ ਅਸੀਂ ਬਾਈ ਹੈਂਡ ਉੱਥੇ ਜਾ ਕੇ ਸਾਰੇ ਡਾਕੂਮੈਂਟ ਦੇ ਕੇ ਆਏ, ਜੱਜ ਸਾਹਿਬ ਦਾ ਆਰਡਰ ਦੇ ਕੇ ਆਏ ਆ। ਇਹ ਸਾਨੂੰ ਜੀ ਉੱਪਰ ਜਾਣ ਨਹੀਂ ਦਿੰਦੇ, ਕਹਿੰਦੇ ਕਰੋਨਾ ਵਾ, ਉੱਪਰ ਨਹੀਂ ਤੁਸੀਂ ਜਾ ਸਕਦੇ, ਥੱਲੇ ਟੈਂਟ ਲੱਗਾ ਹੈਗਾ ਵਾ, ਉੱਥੋਂ ਹੀ ਸਾਨੂੰ ਮੋੜ ਦਿੰਦੇ ਆ ਜੀ। ਜਿੰਨੀ ਵਾਰੀ ਗਏ ਥੱਲੇੋਂ ਮੁੜ ਜਾਂਦੇ, ਉੱਪਰ ਮਿਲਣ ਨਹੀਂ ਦਿੰਦੇ ਜੀ। ਅੱਜ ਤੱਕ ਕੰਟੈਪਟ ਸਾਡਾ ਪਿਆ ਹੈਗਾ ਜੀ, ਉਹਦੀਆਂ ਵੀ ਤਰੀਕਾਂ ਪਈ ਜਾਂਦੀਆਂ ਵਾ। ਹੁਣ 2 ਤਰੀਕ ਫੇਰ ਆ ਜੀ ਕੰਟੈਪਟ ਦੀ, 7ਵੇਂ ਮਹੀਨੇ ਦੀ 2 ਤਰੀਕ ਆ। ਅਤੇ ਉੱਥੇ ਜੀ ਜਿੰਨੀ ਆ ਫੀਸ ਆ ਉਹ ਸਾਡੇ ਤੋਂ ਦੇਣ ਯੋਗ ਨਹੀਂ ਹੈਗੇ ਅਸੀਂ। ਇਹਨਾਂ ਦੇ ਸਰਕਾਰੀ ਵਕੀਲ ਆ, ਇਹ ਲੜੀ ਜਾਂਦੇ ਆ ਜੀ। ਸਾਡੇ ਤੋਂ ਜਿਹੜਾ ਵਾ ਉਹ ਇੰਨਾ ਖਰਚਾ ਨਹੀਂ ਹੈਗਾ ਜਿਹੜਾ ਅਸੀਂ ਦੇ ਸਕਦੇ ਹਾਂ। ਅਤੇ ਅਸੀਂ ਕੈਪਟਨ ਸਾਹਿਬ ਤੋਂ, ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਅਤੇ ਜੇ ਵੀ ਐਡੇ ਵੱਡੇ ਲੀਡਰਾਂ ਨੂੰ ਜੋਬ ਮਿਲਦੀ ਆ ਤਰਸ ਦੇ ਆਧਾਰ 'ਤੇ, ਅਤੇ ਫਿਰ ਸਾਡਾ ਕੇਸ ਤਾਂ ਜਿਹੜਾ ਹਾਈ ਕੋਰਟ ਦੇ ਵਿੱਚੋਂ ਅਸੀਂ ਜਿੱਤੇ ਹੈਗੇ ਆ। ਅਤੇ ਸਾਨੂੰ ਤਾਂ ਜੀ ਇਹ ਜੇ ਵੱਡਿਆਂ ਲੋਕਾਂ ਨੂੰ ਮਿਲਦੀ ਹੈ ਤਾਂ ਫਿਰ ਉਹਦੇ ਹਿਸਾਬ ਨਾਲ ਤਾਂ ਵੀ ਹਰ ਇੱਕ ਨੂੰ ਮਿਲਣੀ ਚਾਹੀਦੀ ਆ। ਅਤੇ ਅਸੀਂ ਉਹਨਾਂ ਦਾ ਵੀ ਵਿਰੋਧ ਨਹੀਂ ਕਰਦੇ ਜੀ, ਉਹਨਾਂ ਨੂੰ ਮਿਲੀ ਆ ਅਤੇ ਜੇ ਸਾਨੂੰ ਵੀ ਦਿੱਤੀ ਜਾਵੇ ਜੀ ਇਹ। ਅੱਛਾ, ਇੱਕ ਚੀਜ਼ ਹੋਰ ਦੱਸੋ, ਤੁਹਾਨੂੰ ਜਦੋਂ ਤੁਸੀਂ ਜਾਣਦੇ ਹੋ, ਤੁਹਾਨੂੰ ਜ਼ੁਬਾਨੀ ਤੌਰ 'ਤੇ ਜ਼ੁਬਾਨੀ ਤੌਰ 'ਤੇ ਕਈ ਵਾਰੀ ਹੁੰਦੇ ਆ ਨਾ, ਮਹਿਕਮੇ ਦੇ ਕੋਈ ਨਾ ਕੋਈ ਅਫਸਰ ਦੱਸ ਦਿੰਦੇ ਆ ਕਿ ਯਾਰ ਇਹ ਤੁਹਾਨੂੰ ਨਹੀਂ ਦੇਣਗੇ ਜਾਂ ਇਹ ਤੁਹਾਨੂੰ ਕਿਉਂ ਨਹੀਂ ਦੇ ਰਹੇ। ਉਹਨਾਂ ਨੇ ਕੋਈ ਨਾ ਕੋਈ ਤੁਹਾਨੂੰ ਕਾਰਨ ਦੱਸਿਆ ਜ਼ੁਬਾਨੀ ਤੌਰ 'ਤੇ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ ਕਿ ਕਿਉਂ ਨਹੀਂ ਦੇ ਰਹੇ? ਇਹ ਸਰ ਸਾਨੂੰ ਇਹ ਵੀ ਕਹਿੰਦੇ ਆ ਕਿ ਅਸੀਂ ਤੁਹਾਨੂੰ ਇੱਦਾਂ ਲਟਕਾ ਛੱਡਾਂਗੇ, ਇੱਕ ਸਰਕਾਰ ਲੰਘ ਜੂ ਦੂਜੀ ਆ ਜੂਗੀ, ਉਹਨੇ ਚਿਰ ਨੂੰ ਜਿਹੜੀ ਇਹਨਾਂ ਦੀ ਆ ਏਜ ਐਕਸਪਾਇਰ ਹੋ ਜੂਗੀ ਅਤੇ ਇਹ ਜਿਹੜਾ ਮਾਮਲਾ ਵਾ ਠੱਪ ਹੋ ਜੂਗਾ। ਅਗਰ ਜੇ ਇਹਨਾਂ ਨੂੰ ਨੌਕਰੀ ਦਿੱਤੀ ਗਈ ਤਾਂ ਫਿਰ ਸਾਨੂੰ ਸਾਰਿਆਂ ਨੂੰ ਦੇਣੀ ਪਊਗੀ। ਅੱਛਾ, ਇਹ ਚੀਜ਼ ਕਹਿੰਦੇ ਆ? ਹਾਂਜੀ, ਇਹ ਕਹਿੰਦੇ ਆ ਜੀ। ਇੱਥੇ ਇੱਕ ਗੱਲ ਸੋਚਣਯੋਗ ਆ ਕਿ ਜੇਕਰ ਇੱਕ ਪਾਸੇ ਸਰਕਾਰ ਕਹਿੰਦੀ ਹੈ, ਇੱਕ ਪਾਸੇ ਲੀਡਰ ਵੀ ਇਹ ਨਾਅਰਾ ਦਿੰਦੇ ਆ ਕਿ ਧੀ ਅਤੇ ਪੁੱਤ ਦੇ ਵਿੱਚ ਕੋਈ ਫਰਕ ਨਹੀਂ, ਤਾਂ ਇੱਥੇ ਫਰਕ ਯਾਰ ਦੇਖਣ ਨੂੰ ਮਿਲਦਾ ਆ। ਕਿਉਂਕਿ ਜਦੋਂ ਪੁੱਤ ਜਾਂ ਧੀ ਜਵਾਨ ਹੁੰਦਾ, 27-28 ਸਾਲ ਦੀ ਉਮਰ ਹੁੰਦੀ ਆ, ਤਾਂ ਮਾਪਿਆਂ ਨੂੰ ਫਿਕਰ ਪੈ ਜਾਂਦਾ ਕਿ ਧੀ ਦਾ ਵੀ ਵਿਆਹ ਕਰਗੇ ਯਾਰ, ਪੁੱਤ ਦਾ ਵੀ ਵਿਆਹ ਕਰਗੇ। ਤਾਂ ਹੁਣ ਇਹਨਾਂ ਦੇ ਜਿਹੜਾ ਆ ਇਕੱਲੀ ਧੀ ਸੀ, ਧੀ ਦਾ ਵਿਆਹ ਕੀਤਾ। ਜਦੋਂ ਇਹ ਨੌਕਰੀ ਮੰਗਣ ਜਾਂਦੇ ਆ ਤਾਂ ਉਦੋਂ ਇਹ ਆਖ ਦਿੰਦੇ ਆ ਕਿ ਭਾਈ ਤੁਹਾਡੀ ਤਾਂ ਧੀ ਦਾ ਵਿਆਹ ਹੋ ਗਿਆ। ਤਾਂ ਧੀ ਦਾ ਯਾਰ ਖੂਨ ਤਾਂ ਉਹਨਾਂ ਦਾ ਹੀ ਆ, ਤਾਂ ਫਿਰ ਇਹ ਚੀਜ਼ ਕਿਉਂ, ਇਹ ਵਿਤਕਰਾ ਜਿਹੜਾ ਆ ਕਿਉਂ? ਅੱਛਾ, ਇੱਕ ਚੀਜ਼ ਹੋਰ ਦੱਸਿਓ, ਹੁਣ ਤੱਕ ਖਰਚਾ ਜਿਵੇਂ ਤੁਸੀਂ ਦੱਸਿਆ ਕਿ ਉੱਧਰੋਂ ਸਰਕਾਰੀ ਖਰਚਾ ਆਉਂਦਾ, ਸਰਕਾਰੀ ਵਕੀਲ ਹੁੰਦੇ ਆ, ਤੁਸੀਂ ਪ੍ਰਾਈਵੇਟ ਵਕੀਲ ਕਰਦੇ ਹੋ, ਹੁਣ ਤੱਕ ਇਸ ਸਮੇਂ ਦੇ ਦੌਰਾਨ ਤੁਹਾਡਾ ਖਰਚਾ ਕਿੰਨਾ ਕੁ ਹੋ ਚੁੱਕਿਆ? ਸਰ, ਸਾਡੇ ਵਕੀਲ ਸਾਹਿਬ ਨੇ ਲਖਵਿੰਦਰ ਸਿੰਘ ਜੀ ਸਿੱਧੂ, ਉਹ ਬਹੁਤ ਡੂੰਘੇ ਅਤੇ ਬੜੇ ਵਧੀਆ ਵਕੀਲ ਸਾਹਿਬ ਨੇ, ਜਿਹੜੇ ਬਹੁਤ ਲੜਦੇ ਨੇ। ਉਹ ਸਰ ਜੇ ਕੋਈ 1.5-2 ਲੱਖ ਦੀ ਫੀਸ ਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ 1 ਲੱਖ ਦੇ ਕੇ ਅਤੇ ਉਹਦੇ ਨਾਲ ਸਵੀਕਾਰ ਕਰਦੇ ਨੇ। ਹੁਣ ਤੱਕ ਸਰ ਸਾਡਾ ਜਿਹੜਾ ਟੋਟਲ ਖਰਚਾ ਵਾ ਕੋਈ 3 ਤੋਂ 4 ਲੱਖ ਦੇ ਵਿੱਚ ਲੱਗ ਚੁੱਕਾ ਵਾ। ਹੁਣ ਅਸੀਂ ਪਰਸੋਂ ਚੌ ਜਿਹੜਾ ਫਿਰ ਵਕੀਲ ਸਾਹਿਬ ਨੂੰ ਮਿਲਾਂਗੇ ਅਤੇ ਅਗਲੇ ਜਿਹੜੀ ਇਹਨਾਂ ਦੇ ਬਾਰੇ ਫਿਰ ਉਹਨਾਂ ਨਾਲ ਵਿਚਾਰ ਕਰਾਂਗੇ। ਅਤੇ ਵਕੀਲ ਸਾਹਿਬ ਸਾਨੂੰ ਕਹਿੰਦੇ ਕਿ ਤੁਸੀਂ ਫਿਰ ਇੱਥੇ ਆਓ, ਮਹਿਕਮੇ ਨੇ ਜਿਹੜਾ ਅਗਲਾ ਐਕਸ਼ਨ ਫਿਰ ਲਿਆ ਹੈਗਾ ਵਾ। ਅਤੇ ਇਹ ਜਿਹੜਾ ਕਹਿੰਦੇ ਕਿ ਅਸੀਂ ਤੁਹਾਨੂੰ ਜਿਹੜੀ ਨੌਕਰੀ ਨਹੀਂ ਦੇਣੀ, ਤੁਹਾਡੀ ਜਿਹੜੀ ਏਜ ਹੈਗੀ ਆ ਇਸ ਤਰ੍ਹਾਂ ਹੀ ਅਸੀਂ ਜਿਹੜੀ ਆ ਉਹ ਐਕਸਪਾਇਰ ਕਰ ਦਾਂਗੇ ਜੀ। ਅਤੇ ਮੈਡਮ ਸਾਹਿਬ ਨੇ ਵੀ ਇਹਨਾਂ ਨੇ ਤੇ PGDCA ਵੀ ਕੀਤਾ ਹੈਗਾ ਵਾ, MA BEd ਹੈਗੇ ਨੇ, ਅਤੇ ਜੱਜ ਸਾਹਿਬ ਨੇ ਵੀ ਇਹ ਚੀਜ਼ਾਂ ਸਾਰੀਆਂ ਜੀ ਅਸੀਂ ਡਾਕੂਮੈਂਟ ਨਾਲ ਲਾਏ ਹੈਗੇ ਆ, ਜਿੰਨੀ ਇਹਨਾਂ ਤੋਂ ਕੁਆਲੀਫਿਕੇਸ਼ਨ ਹੈਗੀ ਆ ਉਹਦੇ ਇਹਨੇ ਜੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇਹ ਨੌਕਰੀ ਨਹੀਂ ਦਿੱਤੀ ਜਾਣੀ। ਅਤੇ ਫਿਰ ਵੇਖੋ ਜੀ, ਪੜ੍ਹਾਈ ਦਾ ਵੀ ਕੋਈ ਫਾਇਦਾ ਨਹੀਂ ਹੈਗਾ, ਐਵੇਂ ਆਪਾਂ ਨਾ ਇੰਨੇ ਪੈਸੇ ਲਾਈਏ, ਵੇਸਟ ਨਾ ਕਰੀਏ। ਅਤੇ ਹੁਣ ਅਸੀਂ ਇਹਨਾਂ ਤੋਂ ਇਹੋ ਹੀ ਕੈਪਟਨ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਜਿਹੜੀ ਇਹ ਨੌਕਰੀ ਆ ਇਹ ਤਰਸ ਦੇ ਆਧਾਰ 'ਤੇ ਸਾਨੂੰ ਦਿੱਤੀ ਜਾਵੇ। ਅੱਛਾ ਭੈਣੇ, ਜਦੋਂ ਸਾਨੂੰ ਬਣਦਾ ਹੱਕ ਸਾਡਾ ਨਹੀਂ ਮਿਲਦਾ, ਜਿਹੜਾ ਸਾਡਾ ਹੱਕ ਆ, ਜਿੱਦਾਂ ਹੁਣ ਇੱਥੇ ਹਾਈ ਕੋਰਟ ਨੇ ਵੀ ਲਿਖਿਆ ਕਿ ਭਾਈ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਵੇ, ਉਹ ਚੀਜ਼ ਨਹੀਂ ਮਿਲਦੀ, ਤਾਂ ਫਿਰ ਉਦੋਂ ਕੀ ਸੋਚ ਲਾਉਂਦੀ ਆ? ਉਦੋਂ ਤਾਂ ਇੱਕੋ ਹੀ ਸੋਚ ਆਉਂਦੀ ਆ ਕਿ ਇੱਥੇ ਇਨਸਾਫ ਨਹੀਂ ਹੈਗਾ। ਅਸੀਂ ਧੱਕੇ ਬਹੁਤ ਖਾਧੇ ਆ, ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਬਸ ਅਸੀਂ ਤਾਂ ਸਰਕਾਰ ਅੱਗੇ ਹੱਥ ਜੋੜ ਕੇ ਹੀ ਬੇਨਤੀ ਕਰਦੇ ਹਾਂ ਕਿ ਵੇਖੋ, ਸਾਨੂੰ ਇੰਨੇ ਸਾਲ ਹੋ ਗਏ ਆ ਲੜਦਿਆਂ ਨੂੰ, ਅਤੇ ਸਾਡੀ ਹਾਲਤ ਵੀ ਜਿਹੜੀ ਹੈ ਨਾ ਬਹੁਤ ਖਰਾਬ ਹੈ। ਅਤੇ ਸਾਨੂੰ ਇਹੋ ਹੀ ਅਰਦਾਸ ਕਰਦੇ ਹਾਂ ਅਸੀਂ ਸਰਕਾਰ ਅੱਗੇ ਕਿ ਸਾਨੂੰ ਤਰਸ ਦੇ ਆਧਾਰ 'ਤੇ ਜਿਹੜੀ ਨੌਕਰੀ ਆ ਦਿੱਤੀ ਜਾਵੇ। ਲੀਡਰਾਂ ਤੱਕ ਵੀ ਪਹੁੰਚ ਕੀਤੀ ਹੈ? ਹਾਂਜੀ, ਅਸੀਂ ਲੀਡਰਾਂ ਤੱਕ ਵੀ ਪਹੁੰਚ ਕੀਤੀ ਆ। ਅਸੀਂ ਵੇਖੋ ਜੀ, ਡਾਕਟਰ ਦਲਜੀਤ ਚੀਮਾ ਸਾਹਿਬ, ਉਹਨਾਂ ਨੂੰ ਵੀ ਮਿਲੇ ਆ। ਫਿਰ ਆਪਣੇ ਹਰਸਿਮਰਤ ਬਾਦਲ ਜੀ, ਉਹਨਾਂ ਤੱਕ ਵੀ ਪਹੁੰਚ ਕੀਤੀ ਆ, ਪਰ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਸਾਰੇ ਕਹਿ ਦਿੰਦੇ ਆ ਕਰਦੇ ਆ, ਪਰ ਅਜੇ ਤੱਕ ਵੇਖੋ ਕਿ ਕੋਈ ਸੁਣਵਾਈ ਨਹੀਂ ਹੋਈ। ਹਾਈ ਕੋਰਟ ਦਾ ਫੈਸਲਾ ਹੋਣ ਦੇ ਬਾਵਜੂਦ ਵੀ
ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਇਹ ਚੀਜ਼ ਲੱਗਦੀ ਹੈ ਭੈਣੇ ਕਿ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਕਿ ਜਿਹੜੀ ਉਮਰ ਲੰਘ ਜਾਵੇ ਜਾਂ ਜਿੱਦਾਂ ਇਹ ਕਹਿੰਦੇ ਇਹ ਚੀਜ਼ ਅਸਲ ਦੇ ਵਿੱਚ ਵਾਜਬ ਜਵਾਬ ਹੈਗਾ? ਜੇ ਅਸੀਂ ਤੁਹਾਨੂੰ ਉਹ ਜਿੱਦਾਂ ਬਾਈ ਜੀ ਨੇ ਦੱਸਿਆ ਕਿ ਸਾਨੂੰ ਆਖਦੇ ਆ ਜ਼ਬਾਨੀ ਤੌਰ ਤੇ ਕਿ ਜੇਕਰ ਤੁਹਾਨੂੰ ਅਸੀਂ ਨੌਕਰੀ ਦੇਤੀ ਤਾਂ ਹੋਰ ਪਤਾ ਨਹੀਂ ਕਿੰਨੇ ਕੁ ਪਰਿਵਾਰ ਉੱਠ ਖੜੇ ਹੋਣਗੇ। ਹਾਂਜੀ ਵੀਰ ਜੀ, ਇਹ ਗੱਲ ਕਹਿੰਦੇ ਨੇ ਕਿ ਜੇ ਤੁਹਾਨੂੰ ਅਸੀਂ ਨੌਕਰੀ ਦੇਤੀ ਤਾਂ ਸਾਡੇ ਦੇ ਪਿੱਛੇ ਲੱਖਾਂ ਕੇਸ ਉਠਾਉਣਗੇ, ਅਸੀਂ ਕਿਹਨੂੰ ਨੌਕਰੀ ਦੇਵਾਂਗੇ। ਉਹਨਾਂ ਨੇ ਸਾਨੂੰ ਇੰਨੀ ਗੱਲ ਕੀਤੀ ਆ ਤੇ ਚਲੋ ਆਂਦੇ ਤੁਹਾਨੂੰ ਲਮਕਾਈ ਰੱਖਾਂਗੇ ਅਸੀਂ ਤੇ ਨੌਕਰੀ ਨਹੀਂ ਦੇਣੀ। ਪਰ ਇਹ ਲੱਗਦਾ ਭੈਣੇ ਵੀ ਵਾਜਬ ਜਵਾਬ ਆ? ਨਹੀਂ, ਇਹ ਵਾਜਬ ਜਵਾਬ ਨਹੀਂ ਹੈਗਾ। ਇਹ ਅਸੀਂ ਵੇਖੋ ਕਿੱਥੋਂ ਤੱਕ ਧੱਕੇ ਖਾਧੇ ਆ। ਹੋਰ ਵੀ ਬੇਟੀਆਂ ਦਾ ਸਾਡੇ ਮਗਰ ਕਿੰਨਾ ਸਹੂਲਤ ਉਹਨਾਂ ਨੂੰ ਮਿਲੂਗੀ ਕਿ ਜਿਹੜੀਆਂ ਵਿਆਹੀਆਂ ਹੋਈਆਂ। ਇੱਕ ਬੰਨੇ ਸਰਕਾਰ ਕਹਿੰਦੀ ਹੈ ਕਿ ਬੇਟਾ ਬੇਟੀ ਵਿੱਚ ਕੋਈ ਫਰਕ ਨਹੀਂ ਹੈਗਾ, ਬੇਟੀ ਵੀ ਇੱਕ ਸਮਾਨ ਆ, ਬੇਟਾ ਵੀ ਇੱਕ ਸਮਾਨ ਆ। ਹੁਣ ਇੱਥੇ ਆਣ ਕੇ ਵੇਖੋ ਕਿ ਇੱਥੇ ਬੇਟਾ ਤੇ ਬੇਟੀ ਦੇ ਵਿੱਚ ਇਹ ਡਿਫਰੈਂਸ ਦੱਸਣ ਦੇ ਆ ਕਿ ਬੇਟੀ ਵਿਆਹੀ ਹੋਈ ਆ, ਅਸੀਂ ਇਹਨਾਂ ਨੂੰ ਨੌਕਰੀ ਨਹੀਂ ਦੇ ਸਕਦੇ। ਪਰ ਇਹ ਚੀਜ਼ ਕਿਉਂ ਲੱਗਦੀ ਹੈ ਜਿੱਥੇ ਤਾਂ ਬਣਦਾ ਅਸਲ ਤਰਸ ਦੇ ਆਧਾਰ ਤੇ ਨੌਕਰੀ, ਉਹ ਤਾਂ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਨਹੀਂ ਜਾ ਰਹੀ। ਤਰਸ ਦੇ ਆਧਾਰ ਤੇ ਨੌਕਰੀਆਂ ਉੱਥੇ ਦਿੱਤੀਆਂ ਜਾ ਰਹੀਆਂ ਜਿੱਥੇ ਸ਼ਾਇਦ ਬਣਦਾ ਹੱਕ ਵੀ ਹੈ ਨਹੀਂ ਵੀ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ। ਹਾਂਜੀ, ਵੇਖੋ ਹੁਣ ਤੁਸੀਂ ਅੱਜ ਪਰਸੋਂ ਚੌਥ ਦੀ ਨਿਊਜ਼ 'ਚ ਪੜ੍ਹਦੇ ਪਏ ਜੇ ਕਿ ਆਪਣੇ ਕਈ MLA ਜਿਹੜੇ ਬੇਟੇ ਉਹਨਾਂ ਨੂੰ ਨੌਕਰੀਆਂ ਚਲੋ ਦਿੱਤੀਆਂ, ਕੋਈ ਗੱਲ ਨਹੀਂ, ਸਾਨੂੰ ਕੋਈ ਉਹਦੇ 'ਤੇ ਇਤਰਾਜ਼ ਨਹੀਂ ਹੈਗਾ। ਪਰ ਸਾਡੇ ਵਰਗੇ ਜਿਹੜੇ ਗਰੀਬ ਆ ਉਹਨਾਂ ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਨਾ। ਸਾਡਾ ਤਾਂ ਹੱਕ ਬਣਦਾ ਪਿਆ, ਸਾਡਾ ਹੱਕ ਬਣਦਾ ਪਿਆ। ਅਸੀਂ ਆਪਣਾ ਹੱਕ ਮੰਗਣ ਦੇ, ਅਸੀਂ ਕਿਸੇ ਦਾ ਹੱਕ ਨਹੀਂ ਮੰਗਦੇ ਕਿ ਸਾਡਾ ਹੱਕ ਜਿਹੜਾ ਵਾ ਉਹ ਸਾਨੂੰ ਦਿੱਤਾ ਜਾਵੇ। ਅੱਛਾ, ਹੁਣ ਤੱਕ ਜਿੱਦਾਂ ਬਾਈ ਦੱਸਿਆ ਕਿੰਨਾ ਕੁ ਪੈਸਾ ਜਿਹੜਾ ਲੱਗ ਚੁੱਕਿਆ ਇਸ ਚੀਜ਼ ਤੇ, ਸਮਾਂ ਜਿਹੜਾ ਕਿੰਨਾ ਕੁ ਖਰਾਬ ਕਰ ਚੁੱਕੇ ਹੋ? ਵੇਖੋ ਜੀ, ਇਹ ਮੇਰੇ ਡੈਡੀ ਦੀ ਜਿਹੜੀ ਡੈਥ ਆ ਉਹ 8 ਸਾਲ ਦੀ ਹੋਈ ਆ। 2008 ਦੀ? ਹਾਂਜੀ, 2008 ਦੀ ਹੋਈ ਆ, 10ਵੇਂ ਮਹੀਨੇ 'ਚ 2 ਤਰੀਕ ਦੀ। ਉਦੋਂ ਤੋਂ ਹੀ ਮਤਲਬ ਅਸੀਂ ਇਹ ਪਾਸੇ ਲੱਗ ਗਏ। ਹੁਣ ਵੇਖੋ 21 ਸਾਲ ਜਾਂਦੀ ਪਈ ਆ ਤੇ ਕਿੰਨੇ ਸਾਲ ਹੋ ਗਏ ਆ ਸਾਨੂੰ ਧੱਕੇ ਖਾਂਦਿਆਂ ਨੂੰ, ਪਰ ਅਜੇ ਤੱਕ ਸਾਨੂੰ ਜਿਹੜਾ ਵਾ ਇਨਸਾਫ ਜਿਹੜਾ ਵਾ ਨਹੀਂ ਮਿਲਿਆ। ਤੇ ਸਾਡਾ ਜਿਹੜਾ ਖਰਚਾ ਵੀ ਆ ਉਹ ਵੀ ਤੁਹਾਨੂੰ ਮੇਰੇ ਹਸਬੈਂਡ ਦੱਸ ਚੁੱਕੇ ਨੇ ਕਿ ਸਾਡਾ ਕਿੰਨਾ ਖਰਚਾ ਲੱਗ ਚੁੱਕਾ ਹੈ, ਲੱਖਾਂ ਦੇ ਨਾਲ ਲੱਗ ਚੁੱਕਾ ਹੈ। ਫਿਰ ਮੇਰੇ ਮੰਮਾ ਅਸੀਂ ਉਹ ਕੈਂਸਰ ਦੇ ਪੇਸ਼ੈਂਟ ਹੋ ਗਏ। ਅਸੀਂ ਉਹਨਾਂ ਨੂੰ 3-4 ਸਾਲ ਅਸੀਂ ਉਹਨਾਂ ਦੇ ਨਾਲ ਕੈਂਸਰ ਦੇ ਨਾਲ ਇਲਾਜ ਕਰਵਾਇਆ ਉਹਨਾਂ ਦਾ। ਤੁਸੀਂ ਆਪਣਾ ਜਿਹੜਾ ਕੈਂਸਰ ਦਾ ਇਲਾਜ ਆ ਉਹ ਵੇਖੋ ਕਿੰਨਾ ਮਹਿੰਗਾ ਹੈ। ਬਿਲਕੁਲ। ਕਿ ਸਾਡੀ ਇੰਨੀ ਆਮਦਨ ਨਹੀਂ ਹੈਗੀ ਕਿ ਅਸੀਂ ਉਹਨਾਂ ਦਾ ਇਲਾਜ ਕਰਾ ਸਕੀਏ, ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਉਹਨਾਂ ਦਾ ਇਲਾਜ ਕਰਾਉਣ ਦੀ। ਠੀਕ ਵੀ ਹੋ ਗਏ ਤੇ ਬਹੁਤ ਹੀ ਧੱਕੇ ਖਾਦੇ, ਬਹੁਤ ਹੀ ਜ਼ਿਆਦਾ। ਇੱਕ ਚੀਜ਼ ਹੋਰ ਕੀ ਲੱਗਦੀ ਹੈ ਕਿ ਜੇ ਹੁਣ ਅਸੀਂ ਆਖ ਦਿੰਦੇ ਹਾਂ ਕਿ ਯਾਰ ਜੇ ਪਹਿਲਾਂ ਇਨਸਾਫ ਲੈਣਾ ਤਾਂ ਅਸੀਂ ਪੁਲਿਸ ਕੋਲੇ ਵਗ ਜਾਂਦੇ ਹਾਂ, ਅਸੀਂ ਪੁਲਿਸ ਕੋਲੇ ਵੀ ਚੱਲ ਗਏ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਯਾਰ ਚੱਲ ਇੱਥੇ ਸਾਡੀ ਨਹੀਂ ਸੁਣੀ ਗਈ, ਅਸੀਂ ਕੋਰਟ ਦੇ ਵਿੱਚ ਜਾਂਦੇ ਹਾਂ, ਅਸੀਂ ਕੋਰਟ ਦੇ ਵਿੱਚ ਵੀ ਚੱਲ ਗਏ, ਕੋਰਟ ਦੇ ਵਿੱਚੋਂ ਵੀ ਫੈਸਲਾ ਸਾਡੇ ਹੱਕ ਦੇ ਵਿੱਚ ਆ ਗਿਆ, ਉਸ ਤੋਂ ਬਾਅਦ ਫਿਰ ਨਹੀਂ ਸਾਡੀ ਸੁਣੀ ਜਾ ਰਹੀ। ਹਾਂਜੀ, ਹੁਣ ਵੇਖੋ ਤੁਸੀਂ ਹਾਈ ਕੋਰਟ ਦਾ ਇੱਕ ਫੈਸਲਾ ਜਿਹੜਾ ਹੈ ਕਿ ਆਪਣੀ ਇੱਥੇ ਪੰਜਾਬ 'ਚ ਆਂਦੇ ਕਿ ਹਾਈ ਕੋਰਟ ਤੋਂ ਉੱਤੇ ਕੁਝ ਨਹੀਂ ਹੈਗਾ। ਬਿਲਕੁਲ ਕੁਛ ਨਹੀਂ ਹੈਗਾ ਉੱਤੇ, ਹੋਰ ਕੋਈ ਕਾਨੂੰਨ ਨਹੀਂ, ਕੋਈ ਜੋ ਹਾਈ ਕੋਰਟ ਨੇ ਫੈਸਲਾ ਕਰਤਾ ਉਹ ਫੈਸਲਾ। ਪਰ ਅੱਜ ਹੁਣ ਇਹ ਸਰਕਾਰ, ਇਹ ਮਹਿਕਮਾ ਜਿਹੜਾ ਹੈ ਉਸ ਫੈਸਲੇ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਆ, ਮੰਨਦੇ ਨਹੀਂ ਆ। ਬਹੁਤ ਅਸੀਂ ਜਦੋਂ ਸਾਡਾ ਫੈਸਲਾ ਹੋਇਆ ਸੀ, ਅਸੀਂ ਚੰਡੀਗੜ੍ਹ ਉੱਥੇ DGP ਸਾਹਿਬ ਨੂੰ ਆਪਣੀਆਂ ਸਾਰੀਆਂ ਜਿਹੜੇ ਆਪਾਂ ਨੂੰ ਮਿਲਿਆ ਫੈਸਲੇ ਹੋਏ ਦੇ ਨੋਟਿਸ ਮਿਲੇ ਆਪਾਂ ਨੂੰ, ਉਹ ਅਸੀਂ ਬਾਈ ਪੋਸਟ ਵੀ ਕੀਤੇ ਆ। ਫਿਰ ਅਸੀਂ ਆਪ ਹੈਂਡ ਬਾਈ ਹੈਂਡ ਉੱਥੇ ਦੇ ਕੇ ਆਏ ਹਾਂ। ਫਿਰ ਸਾਨੂੰ ਉਹ ਕਹਿੰਦੇ ਕਿ ਨਹੀਂ ਤੁਸੀਂ ਉੱਥੇ ਮਿਲ ਨਹੀਂ ਸਕਦੇ ਉਹਨਾਂ ਨੂੰ, ਤੁਸੀਂ ਇੱਥੇ ਥੱਲੇ ਉਹਨਾਂ ਦਾ ਕੈਂਪ ਲੱਗਾ ਹੋਇਆ ਸੀ, ਉੱਥੇ ਉਹਨਾਂ ਦੇ ਆਫੀਸਰ ਬੈਠੇ ਆ, ਕਹਿੰਦੇ ਕੋਈ ਗੱਲ ਨਹੀਂ ਅਸੀਂ ਪਹੁੰਚਾ ਦੇਵਾਂਗੇ ਉਹਨਾਂ ਦੇ ਤੱਕ। ਅਸੀਂ ਉਹਨਾਂ ਨੂੰ ਸਾਈਨ ਵਗੈਰਾ ਕਰਕੇ ਉੱਥੇ ਦੇ ਆਏ ਹਾਂ, ਪਰ ਅਜੇ ਤੱਕ ਸਾਨੂੰ ਕੋਈ ਜਵਾਬ ਨਹੀਂ ਮਿਲਿਆ। ਕੀ ਕਾਰਨ ਲੱਗਦਾ ਇਸ ਟਾਲ ਮਟੋਲ ਦਾ, ਜਿਹੜੀ ਟਾਲ ਮਟੋਲ ਹੋ ਰਹੀ ਆ? ਟਾਲ ਮਟੋਲ ਤੋਂ ਇਹੋ ਹੀ ਵੀਰ ਜੀ ਪਤਾ ਲੱਗਦਾ ਹੈ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਨੌਕਰੀ ਨਹੀਂ ਦੇਣੀ, ਇਹ ਇਹੀ ਲੱਗਦਾ। ਭਾਜੀ ਕਿਹੜੇ ਲੀਡਰਾਂ ਤੱਕ ਪਹੁੰਚ ਹੁਣ ਤੱਕ ਹੋਈ ਆ ਤੁਹਾਡੀ? ਅਸੀਂ ਸਾਡਾ ਹਲਕਾ ਤਰਨਤਾਰਨ ਆ, ਉੱਥੋਂ ਦੇ ਸਾਡੇ ਉਸ ਟਾਈਮ ਦੇ ਪਹਿਲਾਂ ਹਰਮੀਤ ਸਿੰਘ MLA ਸਾਹਿਬ ਹੀ, ਹੁਣ ਉੱਥੇ ਡਾਕਟਰ ਧਰਮਵੀਰ ਸਿੰਘ ਅੜੀਓਤਰੀ ਨੇ, ਉਹ MLA ਨੇ ਕਾਂਗਰਸ ਦੇ। ਫਿਰ ਜੀ ਅਸੀਂ ਬੀਬਾ ਹਰਸਿਮਰਤ ਕੌਰ ਜੀ, ਉਹ ਸਾਡੇ ਲਾਗੇ ਦੇ ਜਿਹੜੇ ਨੇ ਮੋਹਤਬਾਰ, ਉਹਨਾਂ ਦੇ ਨਾਲ ਉਹਨਾਂ ਦੇ ਕਾਫੀ ਰਿਲੇਸ਼ਨ ਨੇ। ਅਸੀਂ ਉਹਨਾਂ ਤੱਕ ਵੀ ਇਹ ਡਿਮਾਂਡ ਕੀਤੀ ਕਿ ਸਾਨੂੰ ਜਿਹੜੀ ਇਹ ਜੇ ਤੁਸੀਂ ਆਂਦੇ ਜੇ ਨੰਨੀ ਛਾਂ ਵਾ ਤੇ ਬੱਚਿਆਂ ਦਾ ਜਿਹੜਾ ਵਾ ਧੀ ਤੇ ਪੁੱਤ 'ਚ ਫਰਕ ਹੈ ਨਹੀਂ, ਅਸੀਂ ਉਹਨਾਂ ਤੱਕ ਵੀ ਪਹੁੰਚ ਕੀਤੀ ਜੀ। ਫਿਰ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਨੇ, ਅਸੀਂ ਚੰਡੀਗੜ੍ਹ ਉਹਨਾਂ ਕੋਲ ਵੀ ਜਾਂਦੇ ਰਹੇ ਜੀ। ਹੁਣ ਆਪਣੇ ਸਰਦਾਰ ਗੁਰਜੀਤ ਸਿੰਘ ਔਜਲਾ ਸਾਹਿਬ ਨੇ ਜਿਹੜੇ MP ਨੇ, ਅਸੀਂ ਉਹਨਾਂ ਕੋਲ ਵੀ ਗਏ ਹਾਂ ਜੀ। ਉਹਨਾਂ ਨੂੰ ਆਪਣੇ ਜਿਹੜੇ ਜਿੰਨੇ ਆਰਡਰਾਂ ਦੀਆਂ ਕਾਪੀਆਂ ਵਾ ਅਸੀਂ ਉਹਨਾਂ ਨੂੰ ਦੇ ਕੇ ਆਏ, ਤਾਂ ਉਹਨਾਂ ਨੇ ਕਿਹਾ ਜੀ ਅਸੀਂ ਇਹ ਜਿਹੜਾ ਵਾ
ਇਹ ਤਾਂ ਬਹੁਤ ਵਧੀਆ ਗੱਲ ਹੋ ਗਈ ਆ ਜੀ। ਸਾਡੇ ਕੋਲ ਤੇ ਬਹੁਤ ਲੋਕ ਆਉਂਦੇ ਨੇ, ਅਸੀਂ ਤੁਹਾਡੀ ਜਿਹੜੀ ਇਹ ਮੰਗ ਆ ਕੈਪਟਨ ਸਾਹਿਬ ਤੱਕ ਪਹੁੰਚਾਵਾਂਗੇ। ਉਹਨਾਂ ਸਾਡੇ ਤੋਂ ਸਾਰਾ ਰਿਕਾਰਡ ਰੱਖ ਲਿਆ ਜੀ। ਉਦੋਂ ਬਾਅਦ ਸਾਰੇ ਕੁਛ ਨਹੀਂ ਜੀ ਹੋਇਆ। ਉਹ ਕਹਿੰਦੇ ਕਿ ਅਸੀਂ ਮੇਲ ਵੀ ਕਰ ਘੱਤੀ ਆ ਗ੍ਰਹਿ ਵਿਭਾਗ ਨੂੰ, ਡੀਜੀਪੀ ਸਾਹਿਬ ਨੂੰ, ਤੇ ਤੁਹਾਡਾ ਜਿਹੜਾ ਵਾ ਇਹ ਕੰਮ ਜਿਹੜਾ ਵਾ ਤੁਹਾਨੂੰ ਤਰਸ ਦੇ ਆਧਾਰ 'ਤੇ ਨੌਕਰੀ ਮਿਲੂਗੀ। ਉਹਨਾਂ ਨੇ ਤਾਂ ਸਾਨੂੰ ਵਿਸ਼ਵਾਸ ਦਿਵਾਇਆ ਜੀ, ਪਰ ਅੱਜ ਤੱਕ ਜਿਹੜਾ ਕੁਛ ਨਹੀਂ ਹੋਇਆ। ਅੱਛਾ, ਇਹ ਪੰਜਾਬ ਦੇ ਵਿੱਚ ਸ਼ਾਇਦ ਆਪਾਂ ਆਫ ਰਿਕਾਰਡ ਗੱਲ ਕਰ ਰਹੇ ਸੀ, ਜਿਹੜਾ ਮਾਮਲਾ ਸ਼ਾਇਦ ਉਹ ਵੀ ਦੱਸ ਰਹੇ ਹੋਣਗੇ, ਪਹਿਲਾ ਮਾਮਲਾ ਆਇਆ ਪੰਜਾਬ ਦੇ ਵਿੱਚ। ਹਾਂਜੀ ਸਰ, ਇਹ ਹਾਈ ਕੋਰਟ ਦਾ ਪਹਿਲਾ ਫੈਸਲਾ ਹੋਇਆ ਜੀ ਪੰਜਾਬ ਦੇ ਵਿੱਚ, ਜਿਹੜਾ ਇਹ ਵਿਆਹੀ ਹੋਈ ਇਕੱਲੀ ਬੇਟੀ ਨੂੰ ਜਿਹੜੀ ਆ ਉਹ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਊਗੀ। ਉਹਦੇ ਵਿੱਚ ਜੱਜ ਸਾਹਿਬ ਨੇ ਜਿੰਨੇ ਵੀ ਇਹਦੇ ਵਿੱਚ ਲਾ ਕਾਨੂੰਨ ਹੈਗੇ ਨੇ, ਸੁਪਰੀਮ ਕੋਰਟ ਦੇ ਕਾਨੂੰਨ ਹੈਗੇ ਨੇ, ਉਹ ਸਾਰੇ ਵਿੱਚ ਲਿਖੇ ਹੋਏ ਆ ਜੀ। ਫਿਰ ਉਹਨਾਂ ਨੇ ਥੱਲੇ ਵੇਖੋ ਜੀ, ਅਖਬਾਰ ਦੇ ਵਿੱਚ ਵੀ ਇਹ ਪੇਪਰ ਨਿਊਜ਼ ਦਿੱਤੀ ਹੈਗੀ ਆ ਕਿ ਜੇ ਇੰਨੀ ਪੜ੍ਹਾਈ ਦੇ ਬਾਵਜੂਦ ਹੋਣ 'ਤੇ ਵੀ ਨੌਕਰੀ ਜਿਹੜੀ ਕਿਉਂ ਨਹੀਂ ਦਿੱਤੀ ਗਈ। ਅਤੇ ਇਹ ਤਾਂ ਸਰ ਜੱਜ ਸਾਹਿਬ ਦੇ ਵੱਲੋਂ ਤਾਂ ਅਸੀਂ ਬੜਾ ਉਹਨਾਂ ਦਾ ਧੰਨਵਾਦ ਕਰਦੇ ਹਾਂ, ਕੋਰਟ ਦਾ ਤਾਂ ਬਹੁਤ ਧੰਨਵਾਦ ਕਰਦੇ ਹਾਂ ਕਿ ਅੱਗੇ ਵੀ ਸਾਨੂੰ ਜਿਹੜਾ ਇਹ ਜੀ ਨਿਆਂ ਕੋਰਟ ਤੋਂ ਹੀ ਮਿਲੂਗਾ। ਇਹਨਾਂ ਨੇ ਮਹਿਕਮੇ ਨੇ ਨਿਆਂ ਨਹੀਂ ਦੇਣਾ ਜੀ। ਇਹ ਤੇ ਜਦੋਂ ਇਹ ਫੈਸਲਾ ਬਾਈ ਜੀ ਆਉਂਦਾ, ਉਸ ਤੋਂ ਬਾਅਦ ਜੱਜ ਵੱਲੋਂ ਅਫਸਰਾਂ ਨੂੰ ਬੁਲਾ ਕੇ ਖਿੱਚਿਆ ਵੀ ਜਾਂਦਾ, ਜੱਜ ਵੱਲੋਂ ਕਿਹਾ, ਜੱਜ ਵੱਲੋਂ ਤਾਂ ਸਪਸ਼ਟੀਕਰਨ ਮੰਗਿਆ ਜਾਂਦਾ ਹੋਣਾ ਕਿ ਭਾਈ ਮੈਂ ਇਹ ਫੈਸਲਾ ਦਿੱਤਾ, ਤੁਸੀਂ ਮੇਰੇ ਫੈਸਲੇ ਨੂੰ ਮੰਨਦੇ ਕਿਉਂ ਨਹੀਂ? ਨਹੀਂ ਸਰ, ਉਹਨਾਂ ਨੂੰ ਪਤਾ ਨਹੀਂ ਜੀ ਉਹਨਾਂ ਨੇ ਖਿੱਚਿਆ ਜਾਂ ਨਹੀਂ ਖਿੱਚਿਆ। ਅਸੀਂ ਵੇਟ ਕਰ ਕਰਕੇ ਪੁੱਛ ਕੇ ਥੱਕ ਗਏ ਹਾਂ। ਉਦੋਂ ਬਾਅਦ ਅਸੀਂ ਕੰਟੈਂਪਟ ਪਾਇਆ ਹੈਗਾ ਜੀ। ਕੰਟੈਂਪਟ ਡੀਜੀਪੀ ਸਾਹਿਬ ਦੇ ਬਰਖਲਾ ਅੰਗੇਸਟ ਪਿਆ ਹੈਗਾ ਜੀ। ਉਹਨਾਂ ਨੇ ਸਰ ਫਿਰ ਦੁਬਾਰਾ ਰਿਵਿਊ ਪਾਤਾ। ਉੱਥੇ ਰਿਵਿਊ ਦੇ ਵਿੱਚ ਅਸੀਂ ਦੁਬਾਰਾ ਫਿਰ ਉਹ ਵਕੀਲ ਸਾਹਿਬ ਕੋਲ ਹੀ ਗਏ ਆ। ਉਹ ਰਿਵਿਊ ਜਿਹੜਾ ਉਹਨਾਂ ਦਾ ਉਹ ਕੈਂਸਲ ਹੋ ਗਿਆ, ਫਿਰ ਵਾਪਸ ਲੈ ਗਏ ਆ। ਇਹਦੋਂ ਅੱਗੇ ਜਿਹੜਾ ਜੀ ਅਜੇ ਤੱਕ ਸਾਨੂੰ ਕੋਈ ਪੁੱਛ ਨਹੀਂ ਲੱਗਣ ਦਿਆ ਵੀ ਉਹ ਕੀ ਕਰਦੇ ਆ। ਉਹ ਕਹਿੰਦੇ ਕਿ ਅਸੀਂ ਅਪੀਲ ਵੀ ਪਾਵਾਂਗੇ, LPA ਪਾਵਾਂਗੇ, ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ। ਤੁਸੀਂ ਕਿੱਥੋਂ ਤੱਕ ਜਾ ਸਕਦੇ ਜੀ? ਤੁਹਾਡੀ ਹਾਂਜੀ, ਤੁਹਾਡੀ ਜਿਹੜੀ ਹੈਗੀ ਆ ਵੀ ਅਸੀਂ ਡੇਟ ਜਿਹੜੀ ਇੱਦਾਂ ਹੀ ਲਗਾ ਦਾਂਗੇ, ਤੁਸੀਂ ਆਪੇ ਖੱਜਲ ਖਰਾਬ ਹੋ ਕੇ ਬਹਿ ਜਾਓਗੇ, ਹੋਰ ਕਿਸੇ ਨੂੰ ਨੌਕਰੀ ਮਿਲੂਗੀ ਨਾ। ਅਗਰ ਜੇ ਤੁਸੀਂ ਤੁਹਾਨੂੰ ਨੌਕਰੀ ਦੇ ਸਕਦੇ ਆ, ਫਿਰ ਸਾਨੂੰ ਸਾਰਿਆਂ ਨੂੰ ਦੇਣੀ ਪਊਗੀ। ਤਾਂ ਕਹਿੰਦੇ ਵੀ ਇਹ ਗ੍ਰਹਿ ਵਿਭਾਗ ਜਿਹੜਾ ਵਾ ਕੈਪਟਨ ਸਾਹਿਬ ਦੇ ਕੋਲ ਆ, ਇਹ ਤਾਂ ਉਹਦੇ ਬਾਰੇ ਉਹ ਹੀ ਦੱਸ ਸਕਦੇ ਵੀ ਅਸੀਂ ਦੇ ਸਕਦੇ ਨੌਕਰੀ ਜਾਂ ਨਹੀਂ ਦੇ ਸਕਦੇ। ਬਾਕੀ ਤੁਸੀਂ ਵੇਖਿਆ ਜੀ, ਸਰਕਾਰ ਆਉਣ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਸਾਰਿਆਂ ਨੂੰ ਕਿਹਾ ਵੀ ਅਸੀਂ ਘਰ ਘਰ ਨੌਕਰੀਆਂ ਦੇਵਾਂਗੇ, ਉਹ ਘਰ ਘਰ ਵਾਲੀ ਗੱਲ ਤਾਂ ਬੜੀ ਦੂਰ ਹੋ ਗਈ ਜੀ। ਇਹ ਜਿਹੜੀ ਚੀਜ਼ ਆ ਜੀ, ਇਹ ਤਾਂ ਬਣਦਾ ਹੱਕ ਹੀ ਨਹੀਂ ਦੇ ਸਕਦੇ। ਅਤੇ ਜੇ ਨਸ਼ੇ ਦੀ ਗੱਲ ਕਰੋ ਤਾਂ ਨਸ਼ਾ ਤਾਂ ਵਾਧੂ ਆ ਜੀ, ਜਿੱਥੋਂ ਮਰਜ਼ੀ ਲੈ ਲਓ, ਸਮੈਕ ਵੇਚੋ, ਜੋ ਮਰਜ਼ੀ ਕਰੋ, ਬਸ ਇਹ ਕੰਮ ਰਹਿ ਗਿਆ ਵਾ। ਉਹਨੂੰ ਨਾ ਕੋਈ ਪੁਲਿਸ ਫੜਦੀ ਆ। ਉਹ ਤੁਹਾਨੂੰ ਪਤਾ ਜੀ, ਤੁਹਾਡੇ ਇਲਾਕਾ ਜਾਂ ਸਾਡਾ ਇਲਾਕਾ ਵਾ, ਜਿੱਥੇ ਮਰਜ਼ੀ ਵੇਖ ਲਓ, ਸ਼ਰੇਆਮ ਟੀਕੇ ਲੱਗਣ ਦੇ, ਮੁੰਡੇ ਮਰਨ ਦੇ ਆ, ਕੋਈ ਕਿਸੇ ਦਾ ਡਰ ਨਹੀਂ, ਨਾ ਕਿਸੇ ਨੂੰ ਕੋਈ ਡੁੱਕਰ ਆ। ਸਮੈਕ ਜਿਹੜੀ ਆ ਜੀ, ਉਹ ਖੰਡ ਨਾਲੋਂ ਸਸਤੀ ਮਿਲਦੀ, ਜਿੱਥੋਂ ਮਰਜ਼ੀ ਜਾ ਕੇ ਤੇ ਤੁਸੀਂ ਪਤਾ ਕਰ ਸਕਦੇ ਜੇ। ਬਲਟੋਆ ਕਾਵਾ, ਤਰਨਤਾਰਨ ਲਕਾਵਾ, ਆ ਫਿਰੋਜ਼ਪੁਰ ਆ ਆਪਣਾ, ਇਹ ਵੇਖ ਲਓ ਕਿਲੋਆਂ ਨਾਲ ਜਾਂ ਕੁਆਂਟਲਾਂ ਨਾਲ ਫੜੀ ਵੀ ਜਾਂਦੇ ਹੀ ਆ। ਪਰ ਇਹ ਜਿਹੜਾ ਵਾ ਨੌਕਰੀਆਂ ਵਾਲੇ ਬੰਨੇ ਦੇ ਸਰ ਕੋਈ ਆਉਂਦਾ ਹੀ ਨਹੀਂ। ਤੇ ਨੌਕਰੀ ਦਾ ਤਾਂ ਇੱਕ ਫਾਰਮੈਲਿਟੀ ਆ, ਜਿਹੜੀ ਵੀ ਸਰਕਾਰ ਇਹ ਆਉਂਦੀ ਆ, ਇਹ ਆਪਣਾ ਕਹਿ ਦਿੰਦੇ ਆ ਵੀ ਅਸੀਂ ਨੌਕਰੀਆਂ ਦੇਵਾਂਗੇ, ਪਰ ਇਹਨਾਂ ਦੇ ਵਾਸਤਾ ਇਹ ਕੰਮ ਨਹੀਂ ਹੈਗਾ। ਅਤੇ ਜੇ ਇਹ ਵੱਡੇ ਵੱਡੇ ਘਰਾਣਿਆਂ ਨੂੰ ਨੌਕਰੀਆਂ ਮਿਲਦੀਆਂ, ਅਤੇ ਜੇ ਕੋਈ ਸਾਡੇ ਅੱਗੇ ਇੱਦਾਂ ਦੇ ਬੰਦਿਆਂ ਨੂੰ ਨੌਕਰੀਆਂ ਮਿਲ ਜੇ ਜਿਹੜੇ ਲੋੜਵੰਦ ਆ। ਹੁਣ ਇਹਨਾਂ ਨੇ ਵੀ ਦੱਸਿਆ ਵਾ, ਅਸੀਂ ਵੀ ਤੁਹਾਨੂੰ ਦੱਸ ਦਿੰਦੇ ਹਾਂ। ਮਦਦ ਦਾ ਜਿਹੜਾ ਉਹ ਪਹਿਲਾਂ ਉਹਨਾਂ ਦੀ ਫੂਡ ਪਾਈਪ ਦੇ ਵਿੱਚ ਕੈਂਸਰ ਸੀ। ਉਹ ਸਾਡੇ ਕੋਲ ਘੱਟੋ ਘੱਟ ਆ ਕਿ ਉਹਨਾਂ ਦੇ ਐਡੇ ਬੈਗ ਹੋਣੇ ਆ ਭਰੇ, ਜਿਹੜੇ 4-5 ਬੈਗ ਆ, ਜਿਹੜੇ ਉਹ ਪੂਰੇ ਡਾਕਟਰ ਰਾਜੀਵ ਗੁਪਤਾ ਨੇ ਜਿਹੜਾ ਉਹਨਾਂ ਦਾ ਕੈਂਸਰ ਦਾ ਸਪੈਸ਼ਲਿਸਟ ਦਾ ਇਲਾਜ ਕਰਦੇ ਸੀ। ਉਹਨਾਂ ਦਾ ਪਹਿਲਾਂ ਸਕਾਟ ਹਸਪੀਟਲ ਦੇ ਵਿੱਚ ਇਲਾਜ ਹੁੰਦਾ ਰਿਹਾ, ਫਿਰ ਉਹ 2 ਸਾਲ ਤੱਕ ਜਿਹੜੀ ਆ ਠੀਕ ਹੋ ਗਏ ਨੇ ਫੂਡ ਪਾਈਪ ਤੋਂ। ਉਦੋਂ ਬਾਅਦ ਉਹਨਾਂ ਦੀ ਗਲੇ ਦੀ ਕੈਂਸਰ ਆ ਗਈ ਆ ਜੀ। ਗਲੇ ਦਾ ਆਪਰੇਟ ਹੋਇਆ ਵਾ ਸਾਰਾ। ਚੰਡੀਗੜ੍ਹ ਪੇਟ ਸਕੈਨ ਹੁੰਦੀ ਆ ਜੀ, 28-29 ਹਜ਼ਾਰ ਦਾ ਟੈਸਟ ਹੁੰਦਾ ਇੱਕ, ਉੱਥੋਂ ਅਸੀਂ ਕਰਾ ਕੇ ਲਿਆਉਣੇ ਆ ਜੀ। ਇਹ ਤਾਂ ਵੱਸੋਂ ਕੰਮ ਬਾਹਰ ਆ ਜੀ। ਅਤੇ ਅੱਗੇ ਹੁਣ ਇਹ ਜੀ, ਇਹ ਤਾਂ ਅਸੀਂ ਕੈਪਟਨ ਸਾਹਿਬ ਤੋਂ ਵੀ ਇਹੋ ਹੀ ਅਰਜ਼ ਕਰਾਂਗੇ ਵੀ ਇਹ ਜਿਹੜੀ ਸਾਰਿਆਂ ਨੂੰ ਆ ਇਹ ਨੌਕਰੀ ਦਿੱਤੀ ਜਾਵੇ, ਜਿਹੜਾ ਹੱਕ ਬਣਦਾ ਉਹ ਦਿਓ। ਜੇ ਹੁਣ ਕੋਈ ਇਹਨਾਂ ਦਾ ਬੇਟਾ ਹੀ ਇੱਕ ਬੇਟੀ ਇਕੱਲੀ ਬੇਟੀ ਹੈ, ਬੇਟਾ ਵੀ ਹੈ ਨਹੀਂ, ਮੰਮੀ ਉਹ ਐਕਸਪਾਇਰ ਹੋ ਗਏ ਨੇ, ਡੈਡੀ ਵੀ ਹੋ ਗਏ ਨੇ, ਅਤੇ ਫਿਰ ਜਿਹੜਾ ਵਾ ਉਹ ਕਿਸ ਤਰ੍ਹਾਂ ਸਾਧਨ ਚੱਲੇਗਾ? ਅੱਛਾ, ਇੱਕ ਜਿਹੜੀ ਗੁਜ਼ਾਰੇ ਦੀ ਗੱਲ ਕੀਤੀ ਆ, ਜਿੱਦਾਂ ਇੱਥੇ ਮੈਂ ਦੇਖ ਰਿਹਾ ਕਿ ਲਿਖਿਆ ਹੋ ਕਿ 1 ਏਕੜ ਜ਼ਮੀਨ ਆ, ਉਹਦੇ ਵਿੱਚ ਜਿਹੜਾ ਗੁਜ਼ਾਰਾ ਕਰਦੇ ਆ। ਹਾਂਜੀ, 1 ਏਕੜ ਜ਼ਮੀਨ ਹੈ ਜੀ, ਉਹਦੇ ਵਿੱਚ ਹੀ ਗੁਜ਼ਾਰਾ ਹੁੰਦਾ ਜੀ। ਇਹ ਪੈਨਸ਼ਨ ਆਉਂਦੀ ਸੀ ਪਹਿਲਾਂ, ਪੈਨਸ਼ਨ ਉਹਨਾਂ ਦੀ ਕੋਈ 21-22 ਹਜ਼ਾਰ ਸੀ। ਉਦੋਂ ਬਾਅਦ ਆ ਜੀ ਇਹ 2 ਸਾਲ ਹੋ ਚੱਲੇ ਆ, ਫਿਰ ਇਹ 14,765 ਰੁਪਏ ਪੈਨਸ਼ਨ ਹੋ ਗਈ। ਅੱਛਾ, ਹੁਣ ਜਿਹੜੀ ਉਹ ਐਕਸਪਾਇਰ ਹੋਣ ਦੇ ਨਾਲ ਜਿਹੜੀ ਆ ਉਹ ਵੀ ਖਤਮ ਹੋ ਗਈ, ਸਾਰਾ ਕੁਝ ਖਤਮ ਹੋ ਗਿਆ। ਅਤੇ ਅਸੀਂ ਤਾਂ ਹਾਈ ਕੋਰਟ ਨੂੰ ਵੀ ਇਹੀ ਕਰਾਂਗੇ ਜੀ, ਇਹਨਾਂ ਨੂੰ ਖਿੱਚਿਆ ਜਾਵੇ। ਜਿੱਥੇ ਇਹਨਾਂ ਦਾ ਜਿਹੜਾ ਇਹਨਾਂ ਲਮਕਾਉਣ ਦਾ ਕੇਸ ਨੂੰ, ਇਹ ਕਾਹਦੇ ਵਾਸਤੇ ਲਮਕਾਉਂਦੇ? ਜੇ ਹਾਈ ਕੋਰਟ ਦੇ ਫੈਸਲੇ ਨੂੰ ਵੀ ਦੁੱਲਣਾ ਜੀ, ਅਤੇ ਫਿਰ ਤਾਂ ਰੱਬ ਹੀ ਰਾਖਾ ਜੀ ਇਹਨਾਂ ਦਾ। ਫਿਰ ਹੁਣ ਕੀ ਲੱਗਦਾ, ਜੇ ਹੁਣ ਅੱਗੇ ਇਹ ਤਰੀਕਾਂ ਲੰਮੀਆਂ ਪੈਂਦੀਆਂ ਨੇ ਤਾਂ ਫਿਰ ਲੰਮਾ ਕੇਸ ਕਿਵੇਂ ਲੜੂਗੀ? ਜਾਂ ਫਿਰ ਜਿਵੇਂ ਹੁਣ ਤੁਹਾਡੇ ਦੱਸਣ ਮੁਤਾਬਕ ਇਹ ਚਾਹੁੰਦੇ ਨੇ ਕਿ ਲੰਮਾ ਇਹਨਾਂ ਤੋਂ ਲੜਿਆ ਨਹੀਂ ਜਾਣਾ, ਆਪੇ ਹੀ ਥੱਕ ਹਾਰ ਕੇ ਬਹਿ ਜਾਣਗੇ? ਹਾਂਜੀ, ਇਹ ਤਾਂ ਸਰ ਵੇਖੋ ਜੀ, ਇਹੋ ਕਹਿੰਦੇ ਪਏ ਆ ਜੀ ਵੀ ਅਸੀਂ ਤਾਂ ਜੇ ਤੁਸੀਂ ਹੁਣ ਹਾਈ ਕੋਰਟ ਤੱਕ ਲੜਦੇ ਜੋ ਤਾਂ ਅਸੀਂ ਸੁਪਰੀਮ ਕੋਰਟ 'ਚ ਕੇਸ ਪਾ ਦਾਂਗੇ।
ਅਸੀਂ LPA ਪਾ ਦਾਂਗੇ, ਅਸੀਂ SPL ਪਾ ਦਾਂਗੇ, ਪਤਾ ਨਹੀਂ ਇਹ ਕੀ ਕੋਈ ਕਹਿੰਦੇ। ਲਖੀਰ ਖਿੱਚਤੀ, ਪੱਥਰ ਤੇ ਲਖੀਰ ਮਾਰਤੀ ਬਈ ਅਸੀਂ ਨੌਕਰੀ ਦੇਣੀ ਨਹੀਂ। ਨੌਕਰੀ ਨਹੀਂ ਜੀ ਦੇਣੀ, ਇਹ ਕਹਿੰਦੇ ਤੁਹਾਨੂੰ ਅਸੀਂ ਇਦਾਂ ਹੀ ਜਲੀਲ ਕਰਦੇ ਰਵਾਂਗੇ, ਜਿੱਥੇ ਤੁਸੀਂ ਮਰਜ਼ੀ ਆਪਣਾ ਜ਼ੋਰ ਲਾ ਲਓ। ਸਾਡਾ ਤੇ ਸਰਕਾਰੀ ਵਕੀਲ ਜਾਂਦਾ ਵਾ, ਤੇ ਸਾਡਾ ਜਿਹੜਾ ਜੀ ਸਾਨੂੰ ਤਾਂ ਪ੍ਰਾਈਵੇਟ ਕਰਨਾ ਹੀ ਪੈਣਾ। ਵਕੀਲ ਸਾਹਿਬ ਤੇ ਤੁਹਾਨੂੰ ਪਤਾ ਜੀ ਫੀਸ ਤਾਂ ਲੈਣਗੇ ਤੇ ਫੇਰ ਹੀ ਗਾਹ ਤੁਰਨਗੇ, ਨਹੀਂ ਤੇ ਉਹ ਦੱਸ ਦਿੰਦੇ ਵੀ ਅੱਜ ਤੁਹਾਡਾ ਇਹਨਾਂ ਨੇ ਆਹ ਕਰਤਾ ਵਾ, ਹੁਣ ਤੁਹਾਡਾ ਆ ਹੋ ਗਿਆ ਵਾ। ਹੁਣ ਸਾਡੀ 2 ਤਰੀਕ ਆ ਜੀ ਫੇਰ ਕੰਟੈਂਪਟ ਦੀ, ਤੇ ਸਾਨੂੰ ਕੋਈ ਆਸ ਨਹੀਂ ਜੀ ਇਹਨਾਂ ਨੇ ਸਾਨੂੰ ਨੌਕਰੀ ਦੇਣੀ। ਪਰ ਤੁਸੀਂ ਇੱਕ ਗੱਲ ਨਹੀਂ ਪੁੱਛੀ ਮਹਿਕਮੇ ਤੋਂ, ਮਹਿਕਮੇ ਨੇ ਕਿਹੜਾ ਆਪਦੇ ਜੇਬ ਚੋਂ ਚੱਕ ਕੇ ਨੌਕਰੀ ਦੇਣੀ ਆ? ਪੰਜਾਬ ਸਰਕਾਰ ਨੇ ਨੌਕਰੀ ਦੇਣੀ ਆ ਨਾ, ਉਹਨਾਂ ਨੇ ਆਪਦੀ ਜੇਬ ਦੇ ਵਿੱਚੋਂ ਜਿਹੜਾ ਆ ਤਨਖਾਹ ਦੇਣੀ ਆ, ਤਨਖਾਹ ਵੀ ਸਰਕਾਰ ਨੇ ਦੇਣੀ, ਫਿਰ ਵੀ ਇਦਾਂ ਦੀ ਚੀਜ਼ ਕਿਉਂ? ਇਹ ਤੇ ਵੇਖੋ ਜੀ, ਇਹ ਤੇ ਉਹਨਾਂ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਵੀ ਅਸੀਂ ਕਿਉਂ ਨਹੀਂ ਦੇਣੀ। ਅਸੀਂ ਤਾਂ ਉਹਨਾਂ ਨੇ ਇਹ ਵੀ ਕਹਿ ਚੁੱਕਿਆ ਕਿ ਤੁਹਾਡੇ ਵੀ ਬੇਟੀ ਆ, ਤੁਹਾਡੇ ਵੀ ਬੱਚੇ ਆ, ਤੇ ਇਹ ਸਾਡੇ ਇਕੱਲਿਆਂ ਨਾਲ ਨਹੀਂ, ਕਿਸੇ ਨਾਲ ਵੀ ਹਾਦਸਾ ਹੋ ਸਕਦਾ ਜੀ। ਇਹ ਸਾਡੇ ਇਲਾਕੇ ਦੇ ਜੀ ਸਰਦਾਰ ਦਵਿੰਦਰ ਸਿੰਘ ਲਾਲੀ ਢਾਲਾ ਸਾਹਿਬ ਨੇ, ਉਹਨਾਂ ਵੀ ਸਾਡੀ ਬਹੁਤ ਹੈਲਪ ਕੀਤੀ ਜੀ। ਉਹਨਾਂ ਨੇ ਜਾ ਕੇ ਉੱਥੇ DGP ਦਫ਼ਤਰੇ ਵੀ ਰਿਕੁਐਸਟਾਂ ਕੀਤੀਆਂ ਜੀ, ਇਹ ਤਾਂ ਸਾਡਾ ਕੇਸ ਆ, ਸਾਡੇ ਇਲਾਕੇ ਦੇ ਨੇ, ਇਹਨਾਂ ਨੂੰ ਜਿਹੜਾ ਵਾ ਤੁਸੀਂ ਦਿੱਤਾ ਜਾਵੇ। ਤੇ ਇਹ ਸਰ ਉਹਨਾਂ ਨੂੰ ਇਹ ਉੱਥੇ ਦਿੰਦੇ ਨੇ ਕਿ ਅਸੀਂ ਤੁਹਾਡਾ ਜਿਹੜਾ ਵਾ ਕੋਈ ਗੱਲ ਨਹੀਂ, ਤੁਹਾਡੇ ਅਸੀਂ ਤੁਹਾਨੂੰ ਨੌਕਰੀ ਦਿਵਾਵਾਂਗੇ। ਉਹ ਆ ਕੇ ਅਸੀਂ ਉਹਨਾਂ ਨੂੰ ਪੁੱਛ ਲੈਂਦੇ ਜੀ, ਕਦੀ ਫੋਨ ਕਰ ਲੈਂਦੇ ਆ, ਸਾਡੇ ਇਲਾਕੇ ਦੇ ਨੇ, ਤੇ ਉਹ ਬੜੇ ਇਮਾਨਦਾਰ ਸ਼ਖਸ ਨੇ, ਉਹਨਾਂ ਦੇ ਉੱਤੋਂ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਜੀ, ਹਾਂ ਜੀ ਇਹ ਆਹ ਕੁਝ ਕਰਨ ਦੇ ਹੈਗੇ ਆ। ਹੁਣ ਕੀ ਲੱਗਦੀ ਆਸ ਉਮੀਦ? ਹੁਣ ਸਰ ਸਾਨੂੰ ਹੁਣ ਇਹ ਨਹੀਂ, ਹੁਣ ਵਕੀਲ ਸਾਹਿਬ ਦਾ ਫਿਰ ਫੋਨ ਆਇਆ ਕਿ ਉਹ ਕਹਿੰਦੇ ਕਿ ਉਹਨਾਂ ਨੇ LPA ਪਾਈ ਹੈਗੀ ਆ, ਤੇ ਇਹ ਤੁਹਾਨੂੰ ਕੋਰਟ ਦੇ ਵਿੱਚ ਜਿਹੜਾ ਅੱਗੇ ਖਿੱਚ ਕੇ ਲੈ ਕੇ ਜਾਣਗੇ ਵੀ ਇਹਨਾਂ ਨੇ ਨੌਕਰੀ ਨਹੀਂ ਦੇਣੀ, ਤੇ ਤੁਸੀਂ ਜਿਹੜਾ ਆਪਣਾ ਜੇ ਕੇਸ ਲੜਨਾ ਤੇ ਫਿਰ ਸਾਡੇ ਕੋਲ ਆ ਜਾਓ ਤੇ ਸਾਨੂੰ ਫੀਸ ਦਿਓ, ਅਸੀਂ ਤੁਹਾਡਾ ਜਿਹੜਾ ਵਾ ਉਹ ਕੇਸ ਲੜਾਂਗੇ। ਹੁਣ ਫਿਰ ਆਖਰੀ ਵਾਰ ਕੀ ਬੇਨਤੀ ਕੀ ਕਰਨਾ ਚਾਹੋਗੇ, ਕੀ ਅਪੀਲ ਜਿਹੜੀ ਆ ਕਰਨਾ ਚਾਹੋਗੇ? ਅਸੀਂ ਸਰ ਅਪੀਲ ਇਹੋ ਹੀ ਕਰਨਾ ਚਾਹੁੰਦੇ ਕਿ ਹੁਣ ਜਿਹੜਾ ਸਾਡੇ ਕੋਲ ਖਰਚਾ ਦੇਣਾ ਹੈ ਨਹੀਂ ਕਿ ਅਸੀਂ ਦੇਈ ਜਾਈਏ ਜਾਂ ਸੁਪਰੀਮ ਕੋਰਟ ਤੱਕ ਜਾਈਏ। ਇੰਨੀ ਜ਼ਮੀਨ ਦੇ ਨਾਲ ਜਿਹੜਾ ਇਹ ਤੇ ਆਪਣਾ ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਤੇ ਫਿਰ ਕੋਰਟਾਂ ਦੇ ਕੇਸ ਜਿਹੜੇ ਆ ਏਡੇ ਮਹਿੰਗੇ ਉਹ ਤਾਂ ਨਹੀਂ ਲੜੇ ਜਾਣੇ। ਤੇ ਅਸੀਂ ਤਾਂ ਇਹੋ ਹੀ ਕਹਾਂਗੇ ਕੈਪਟਨ ਸਾਹਿਬ ਨੂੰ ਵੀ ਚਲੋ ਜੇ ਐਡੇ ਵੱਡੇ ਲੀਡਰਾਂ ਨੂੰ ਜੋ ਮਿਲਦੀ ਆ, ਉਹਨਾਂ ਦੇ ਬੇਟੇ ਬੇਟੀਆਂ ਨੂੰ ਮਿਲਦੀ ਆ, ਤਰਸ ਦੇ ਆਧਾਰ 'ਤੇ ਮਿਲਦੀ ਆ, ਤੇ ਫਿਰ ਸਾਡਾ ਤਾਂ ਫੈਸਲਾ ਹੋਇਆ ਵਾ ਇਹ ਸਾਨੂੰ ਜਿਹੜੀ ਆ ਜੀ ਇਹ ਨੌਕਰੀ ਦਿੱਤੀ ਜਾਵੇ। ਤੇ ਗਾਂ ਵੀ ਜੋ ਮਹਿਕਮੇ ਦੇ ਵਿੱਚ ਆ ਜਿੰਨੇ ਵੀ ਪਰਿਵਾਰ ਆ, ਜਿਨ੍ਹਾਂ ਨੂੰ ਨੌਕਰੀ ਦੇਣ ਯੋਗ ਦੇ ਹੱਕ ਦੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭੈਣੇ ਕੀ ਕਹਿਣਾ ਚਾਹੋਗੇ, ਸਰਕਾਰ ਤੱਕ ਕੀ ਅਪੀਲ ਕਰਨੀ ਚਾਹੋਗੇ? ਮੈਂ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਸਰਦਾਰ ਕੈਪਟਨ ਸਰ ਨੂੰ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ, ਸਾਡਾ ਜਿਹੜਾ ਗੁਜ਼ਾਰਾ ਹੈ ਸਾਡੀ ਮੰਮੀ ਦੀ ਪੈਨਸ਼ਨ 'ਤੇ ਹੁੰਦਾ ਸੀ, ਉਹ ਵੀ ਹੁਣ ਐਕਸਪਾਇਰ ਹੋ ਚੁੱਕੇ ਨੇ। ਸਾਡਾ ਹੋਰ ਸੋਰਸ ਕੋਈ ਨਹੀਂ ਹੈਗਾ ਆਮਦਨ ਦਾ। ਬਸ ਇਹੀ ਅਰਦਾਸ ਬੇਨਤੀ ਆ ਕੈਪਟਨ ਸਾਹਿਬ ਨੂੰ ਕਿ ਸਾਨੂੰ ਜਿਹੜਾ ਹੱਕ ਜਿਹੜਾ ਸਾਡਾ ਤਰਸ ਦੇ ਆਧਾਰ 'ਤੇ ਸਾਨੂੰ ਜਿਹੜੀ ਆ ਨੌਕਰੀ ਦਿੱਤੀ ਜਾਵੇ, ਛੇਤੀ ਤੋਂ ਛੇਤੀ ਦਿੱਤੀ ਜਾਵੇ। ਸੋ ਇਹ ਉਹ ਪਰਿਵਾਰ ਸੀ ਜਿਹੜਾ ਅਸੀਂ ਸਰਕਾਰ ਦੇ ਕੰਨੀ ਗੱਲ ਪਾਉਣੀ ਚਾਹੁੰਦੇ ਸੀ, ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਸੀ ਕਿ ਅਸਲ ਦੇ ਵਿੱਚ ਜਿਹੜਾ ਤਰਸ ਦੇ ਆਧਾਰ 'ਤੇ ਜਿਨ੍ਹਾਂ ਨੂੰ ਮਿਲਣੀ ਚਾਹੀਦੀ ਆ, ਜੇਕਰ ਅਸੀਂ ਆਪਣੇ ਆਲੇ ਦੁਆਲੇ ਲੱਭਣ ਲੱਗੀਏ ਤਾਂ ਸ਼ਾਇਦ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਪਰਿਵਾਰ ਹੋਰ ਨਿਕਲਣਗੇ। ਇੱਕ ਪਰਿਵਾਰ ਮੇਰੇ ਪਿੱਛੇ ਬੈਠਾ ਆ, ਮੈਂ ਗੱਲਬਾਤ ਪਰ ਇਹਨਾਂ ਦੀ ਸਾਂਝੀ ਤਾਂ ਹੀ ਕੀਤੀ ਹੈ ਕਿਉਂਕਿ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਇਹਨਾਂ ਦੇ ਹੱਕ ਦੇ ਵਿੱਚ ਆਇਆ ਆ। ਪਰ ਇੱਕ ਗੱਲ ਜਿਹੜੀ ਆ ਉਹ ਸਵਾਲ ਖੜੇ ਕਰਦੀ ਆ ਦਿਮਾਗ ਦੇ ਵਿੱਚ ਕਿ ਯਾਰ ਮਹਿਕਮਾ ਇਹ ਕਹਿੰਦਾ ਜ਼ੁਬਾਨੀ ਤੌਰ 'ਤੇ, ਹਾਲਾਂਕਿ ਲਿਖਤੀ ਨਹੀਂ ਪਰ ਜ਼ੁਬਾਨੀ ਤੌਰ 'ਤੇ ਇਹ ਕਹਿੰਦਾ ਕਿ ਜੇਕਰ ਅਸੀਂ ਤੁਹਾਨੂੰ ਨੌਕਰੀ ਦਿੰਦੇ ਹਾਂ ਤਾਂ ਜਿਹੜੇ ਹੋਰ ਪਰਿਵਾਰ ਆ ਉਹ ਬੜੇ ਖੜੇ ਹੋ ਜਾਣਗੇ। ਇੱਥੇ ਪੁੱਛਣਾ ਪੈਣਾ ਕਿ ਯਾਰ ਮਹਿਕਮੇ ਨੇ ਕਿਹੜਾ ਆਪਣੀ ਜੇਬ ਦੇ ਵਿੱਚੋਂ ਨੌਕਰੀ ਦੇਣੀ ਆ, ਨੌਕਰੀ ਤਾਂ ਸਰਕਾਰ ਨੇ ਦੇਣੀ ਆ। ਵੱਡੀ ਗੱਲ ਬਣਦਾ ਹੱਕ ਦੇਣਾ ਯਾਰ, ਕਿ ਅਸਲ ਦੇ ਵਿੱਚ ਤਰਸ ਦੇ ਆਧਾਰ 'ਤੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਪੂਰੀ ਪੜਤਾਲ ਕਰਕੇ ਉਹਨਾਂ ਨੂੰ ਜ਼ਰੂਰ ਦਿੱਤੀ ਜਾਵੇ। ਵੱਡੀ ਗੱਲ ਸ਼ਾਇਦ ਅਸੀਂ ਇੱਥੇ ਵੀ ਮੰਨ ਸਕਦੇ ਹਾਂ ਕਿ ਸ਼ਾਇਦ ਕੈਪਟਨ ਸਾਹਿਬ ਤੱਕ ਹਾਲੇ ਤੱਕ ਇਹ ਗੱਲ ਪਹੁੰਚੀ ਨਾ ਹੋਵੇ ਕਿ ਹਾਈ ਕੋਰਟ ਵੱਲੋਂ ਇੱਕ ਫੈਸਲਾ ਆਉਂਦਾ ਹੈ, ਉਸ ਤੋਂ ਬਾਅਦ ਵੀ ਪਰਿਵਾਰ ਨੂੰ ਅੱਜ ਲਗਭਗ ਜਿੱਦਾਂ ਬਾਈ ਜੀ ਹੋਰਾਂ ਨੇ ਦੱਸਿਆ 1.5 ਸਾਲ ਹੋ ਚੁੱਕਿਆ, ਹੁਣ ਵੀ ਲਮਕਾਈ ਜਾਂਦੇ ਆ। ਹੁਣ ਤੱਕ ਜਿਹੜਾ ਗੁਜ਼ਾਰਾ ਚੱਲਦਾ ਸੀ ਉਹ ਪੈਨਸ਼ਨ 'ਤੇ ਚੱਲਦਾ ਸੀ, 14-15 ਹਜ਼ਾਰ ਜਿੱਦਾਂ ਬਾਈ ਜੀ ਨੇ ਦੱਸਿਆ ਕਿ ਪੈਨਸ਼ਨ ਸੀ, ਪਰ ਹੁਣ ਮਾਤਾ ਜੀ ਦੀ ਡੈਥ ਹੋਣ ਦੇ ਨਾਲ ਉਹ ਪੈਨਸ਼ਨ ਵੀ ਜਿਹੜੀ ਹੈ ਬੰਦ ਹੋ ਚੁੱਕੀ ਆ। ਇਹ ਚੀਜ਼ ਬਕਾਇਦਾ ਇੱਥੇ ਦੱਸੀ ਗਈ ਆ ਕਿ 1 ਕਿੱਲਾ ਜਿਹੜਾ ਪੈਲੀ ਦਾ 1 ਕਿੱਲੇ ਨਾਲ ਗੁਜ਼ਾਰਾ ਹੁੰਦਾ ਸੀ। ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਤੁਸੀਂ ਖੁਦ ਸੋਚੋ 1 ਕਿੱਲੇ ਦੇ ਨਾਲ ਬੰਦਾ ਆਪਦੇ ਜਵਾਕਾਂ ਨੂੰ ਕਿਵੇਂ ਪਾਲੂਗਾ। ਪਲੱਸ ਬਾਈ ਜੀ ਹੋਰੇ ਜਿੱਦਾਂ ਹੁਣ ਕੇਸ ਲੜ ਰਹੇ, ਅੱਗੇ ਜਾਣਾ ਪੈਣਾ ਆ, ਪ੍ਰਾਈਵੇਟ ਵਕੀਲ ਦੀ ਫੀਸ ਆ ਤਾਂ ਕਿੱਦਾਂ ਭਰਨਗੇ। ਕਿ ਯਾਰ ਜਿਵੇਂ ਟਾਲ ਮਟੋਲ ਕਰ ਰਿਹਾ ਨਾ ਮਹਿਕਮਾ, ਤਾਂ ਇੱਦਾਂ ਦੀਆਂ ਚੀਜ਼ਾਂ 'ਤੇ ਜ਼ਰੂਰ ਜਿਹੜਾ ਆ ਸੋਚਣਾ ਚਾਹੀਦਾ, ਜ਼ਰੂਰ ਇੱਦਾਂ ਦੇ ਅਫਸਰਾਂ ਨੂੰ ਖਿੱਚਣਾ ਜ਼ਰੂਰ ਚਾਹੀਦਾ। ਸਾਡੀ ਇਹ ਵੀਡੀਓ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਅੱਗੇ ਤੋਂ ਅੱਗੇ ਸਾਂਝੀ ਜ਼ਰੂਰ ਕਰਿਓ, ਕਿਉਂਕਿ ਆਪਣੇ ਆਲੇ ਦੁਆਲੇ ਪਤਾ ਨਹੀਂ ਇੰਨੇ ਕਿੰਨੇ ਕੁ ਪਰਿਵਾਰ ਹੋਣਗੇ ਜਿਹੜੇ ਵਾਕਿਆ ਦੇ ਵਿੱਚ ਚਾਹੁੰਦੇ ਆ ਕਿ ਯਾਰ ਤਰਸ ਦੇ ਆਧਾਰ 'ਤੇ ਨੌਕਰੀ ਉਹਨਾਂ ਨੂੰ ਦਿੱਤੀ ਜਾਵੇ,
ਨਾ ਕਿ ਉਹਨਾਂ ਨੂੰ ਜਿਹੜੇ ਕਰੋੜਾਂਪਤੀ ਆ। ਹਾਂ ਇੱਕ ਵੀ ਗੱਲ ਆ ਕਿ ਸਵਾਲ ਉਹਨਾਂ 'ਤੇ ਵੀ ਬਾਈ ਜੀ ਹੋਰਾਂ ਨੇ ਦੱਸਿਆ ਸੀ, ਉਹਨਾਂ 'ਤੇ ਖੜੇ ਨਹੀਂ ਕਰਦੇ। ਉਹਨਾਂ ਨੂੰ ਦਿਓ, ਸਰਕਾਰ ਨੇ ਨੌਕਰੀਆਂ ਦੇਣੀਆਂ, ਨਾ ਤਾਂ ਕੋਈ ਸਾਡੀ ਜੇਬ ਦੇ ਵਿੱਚੋਂ ਜਾਣਾ, ਉਹ ਸਰਕਾਰ ਨੇ ਨੌਕਰੀਆਂ ਦੇਣੀਆਂ ਨੇ। ਪਰ ਉਹਨਾਂ ਪਰਿਵਾਰਾਂ ਨੂੰ ਕਿਉਂ ਪਿੱਛੇ ਛੱਡਿਆ ਜਾ ਰਿਹਾ ਜਿਹੜੇ ਤਰਸ ਦੇ ਆਧਾਰ 'ਤੇ ਨੌਕਰੀਆਂ ਦੇ ਯੋਗ ਨੇ, ਜਿਨ੍ਹਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀਆਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ। ਇਸ ਰਿਪੋਰਟ ਦੇ ਨਾਲ ਅਸੀਂ ਅੱਗੇ ਵੀ ਬਣੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।